ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਉ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਉ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਜੋ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਉ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜੁਗ ਹੋ ਜੁਗ ਅਟਲ, ਛਤਰ ਚਬਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਪਾਕ ਏ ਪਵਿੱਤਰ ਰੂਹਾਂ ਦੀ ਰੂਹਾਨੀ ਜੋਤ ਸ਼ਬਦ ਗੁਰੂ, ਸ਼ਬਦਾ ਅਵਤਾਰ, ਬਾਣੀ ਦੇ ਬੋਹਿਤ ਕਲਯੁਗ ਦੇ ਜਹਾਜ਼। ਖੇਵਟ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠ ਕਰਕੇ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਿੱਤਰ ਚਰਨ ਸੋ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਕੇ ਸਾਹਿਬ ਜੀ ਦੇ ਦਰ ਕਰਦੀਆਂ ਅਸੀਸਾਂ ਬਖਸ਼ਿਸ਼ਾਂ ਰਹਿਮਤਾਂ ਦੀ ਪਾਤਰ ਬਣ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸਵਾਰੀ ਸਾਧ ਸੰਗਤ ਜੀ, ਸਾਹਿਬਾਂ ਦੀ ਅਪਾਰ ਕਿਰਪਾ ਮਿਹਰਾਮਤ ਦੇ ਸਦਕਾ ਇਹਨਾਂ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਤੇ ਜੋ ਲੜੀਵਾਰ ਅੰਮ੍ਰਿਤ ਵੇਲੇ ਗੁਰਬਾਣੀ ਵਿਚਾਰ ਚੱਲਦੀ ਆ ਰਹੀ ਹੈ, ਇਸੇ ਲੜੀ ਤਹਿਤ 1400 ਅੰਗ ਦੇ ਉੱਪਰ ਭੱਟ ਨਲ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਸਵਈਏ ਦੀ ਵਿਚਾਰ ਜਿੱਥੇ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ, ਉੱਥੇ ਹੁਣੇ ਆਪ ਸੰਗਤਾਂ ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ, ਮਹਾਨ ਯੋਧੇ, ਮਹਾਨ ਜਰਨੈਲ, ਸੂਰਬੀਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਪ੍ਰਤੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਆਪ ਸੰਗਤਾਂ ਨੂੰ ਦੱਸ ਰਹੇ ਸਨ। ਉਸ ਵਿਸ਼ੇ ਤਹਿਤ ਵੀ ਆਪ ਸੰਗਤਾਂ ਦੇ ਨਾਲ ਚੰਦ ਸ਼ਬਦ ਸਾਂਝੇ ਕਰਨੇ ਹਨ ਅਤੇ ਅੱਜ ਸਿੱਖ ਕੌਮ ਦੀ ਮਹਾਨ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 101 ਸਾਲਾ ਸਥਾਪਨਾ ਦਿਵਸ ਵੀ ਹੈ। ਸਵਾਓ ਜਿੱਥੇ ਇਹਨਾਂ ਵਿਸ਼ਿਆਂ ਤਹਿਤ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨੇ ਨੇ,
ਸਤਿਗੁਰਾਂ ਦੀਆਂ ਅਸੀਸਾਂ ਦੇ ਪਾਤਰ ਬਣਦੇ ਹਾਂ। ਅੰਮ੍ਰਿਤਮਈ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਂਦੇ ਹਾਂ। ਸਾਰੇ ਗੱਜ ਕੇ ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰੱਥ ਕਲਯੁਗ, ਸੁਣਤ ਸਮਾਦ ਸ਼ਬਦ ਜਿਸ ਕੀਰੇ। ਅੱਜ ਦਾ ਇਹ ਪਾਵਨ ਪਿੱਤਰ ਅੰਮ੍ਰਿਤਮਈ ਸਵਈਆ 11 ਭੱਟਾਂ ਦੇ ਵਿੱਚੋਂ ਪੱਟ ਸਾਹਿਬਾਨ ਪੱਟ ਨਲ ਜੀ, ਜਿਨ੍ਹਾਂ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤਾ ਹੋਇਆ ਹੈ। ਅੱਜ ਦੇ ਇਸ ਪਾਵਨ ਪਿੱਤਰ ਸ਼ਬਦ ਵਿੱਚ ਪੱਟ ਨਲ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਇਹ ਅੰਮ੍ਰਿਤਮਈ ਸ਼ਬਦ ਕਹਿ ਰਹੇ ਨੇ ਕਿ ਭਾਈ, ਸਾਨੂੰ ਸੰਸਾਰਿਕ ਜੀਵਾਂ ਨੂੰ ਦਿਨ ਰਾਤ ਗੁਰੂ ਗੁਰੂ ਜਪਣਾ ਚਾਹੀਦਾ ਹੈ। ਕਿਉਂਕਿ ਗੁਰੂ ਗੁਰੂ ਕੀਤਿਆਂ, ਗੁਰੂ ਦਾ ਨਾਮ ਜਪਿਆਂ, ਗੁਰੂ ਦੇ ਚਰਨਾਂ ਦੇ ਨਾਲ ਜੁੜਿਆਂ, ਗੁਰੂ ਦਾ ਨਾਮ ਲਿਆਂ, ਜਿਸ ਗੁਰੂ ਦੀ ਆਪਾਂ ਵਡਿਆਈ ਸੁਣਦੇ ਹਾਂ, ਉਸ ਗੁਰੂ ਦੀ ਵਡਿਆਈ ਸੁਣਿਆ ਮਨੁੱਖ ਸੰਸਾਰ ਰੂਪੀ ਭਵਜਲ ਦੇ ਵਿੱਚੋਂ ਪਾਰ ਲੰਘ ਜਾਂਦਾ ਹੈ। ਗੁਰੂ ਜੀਵਾਂ ਨੂੰ ਸੰਸਾਰ ਰੂਪੀ ਭਵਜਲ ਵਿੱਚੋਂ ਪਾਰ ਕਰਨ ਦੇ ਸਮਰੱਥ ਹੈ ਅਤੇ ਗੁਰੂ ਗੁਰੂ ਜਪਿਆ ਮਨੁੱਖ ਦੀ ਸੁਰਤ, ਮਨੁੱਖ ਦੀ ਬੁੱਧੀ, ਮਨੁੱਖ ਦਾ ਧਿਆਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਇਹ ਜਿਹੜੇ ਭੱਟ ਸਾਹਿਬਾਨਾਂ ਨੇ ਅੰਮ੍ਰਿਤਮਈ ਬਾਣੀ ਉਚਾਰਨ ਕੀਤੀ ਹੈ, ਕੈਂਥਲ ਦੇ ਇਲਾਕੇ ਦੇ ਰਹਿਣ ਵਾਲੇ ਵਿਦਵਾਨ ਸੱਜਣ ਗੁਰੂ ਦੀ ਭਾਲ ਕਰਦਿਆਂ ਰਹਿਓ ਸੰਤ ਹਾਂ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਆਂ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੈ ਨਾ ਪਰਚੋ ਲਾਇਓ, ਕਹਿਤੀ ਕਹਿਤ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਈ ਥਾਵਾਂ ਦੇ ਉੱਤੇ ਭਟਕ ਰਹੇ ਸਨ। ਅਖੀਰ ਕਿਸੇ ਨੇ ਕਿਹਾ, ਜੇ ਸੱਚੇ ਗੁਰੂ ਦੀ ਭਾਲ ਕਰਦੇ ਹੋ ਤੇ ਅੰਮ੍ਰਿਤਸਰ ਦੀ ਧਰਤੀ ਤੇ ਗੋਇੰਦਵਾਲ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਇੱਕ ਵਾਰੀ ਵੇਖ ਕੇ ਆਓ। ਜਿਸ ਵਕਤ ਭੱਟ ਸਾਹਿਬਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ, ਇਹਨਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਨੂੰ ਵੇਖਿਆ, ਕੋਲ ਰਹਿ ਕੇ ਪਰਖਿਆ। ਕੁਝ ਸਮੇਂ ਦੇ ਬਾਅਦ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਤਾ ਗੱਦੀ ਤੇ ਸੁਭਾਈਮਾਨ ਹੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੀਵਨ ਵੇਖ ਕੇ ਤੇ ਇਹ ਭੱਟ ਸਾਹਿਬਾਨਾਂ ਦੇ ਮੁਖ ਤੋਂ ਆਪ ਮੁਹਾਰੇ ਬਚਨ ਨਿਕਲੇ। ਕਹਿਣ ਲੱਗੇ, ਪਾਤਸ਼ਾਹ, ਅਸੀਂ ਤੇ ਸੱਚਾ ਗੁਰੂ ਲੱਭਣ ਵਾਸਤੇ ਆਏ ਸੀ, ਪਰ ਸਾਨੂੰ ਨਹੀਂ ਸੀ ਪਤਾ ਗੁਰੂ ਲੱਭਦਿਆਂ ਲੱਭਦਿਆਂ ਸਾਨੂੰ ਗੁਰੂ ਦੇ ਰੂਪ ਦੇ ਵਿੱਚ ਰੱਬ ਲੱਭ ਜਾਵੇਗਾ। ਕਿਉਂਕਿ ਭੰਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਇਹ ਕਹਿੰਦੇ ਅਸੀਂ ਤੇ ਗੁਰੂ ਲੱਭਣ ਵਾਸਤੇ ਆਏ ਸੀ, ਪਰ ਗੁਰੂ ਦੇ ਰੂਪ ਦੇ ਵਿੱਚ ਪ੍ਰਤੱਖ ਹਰ, ਪ੍ਰਤੱਖ ਰੱਬ ਦੇ ਦੀਦਾਰ ਹੋ ਗਏ। ਇਸੇ ਕਰਕੇ ਇਹਨਾਂ ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬ ਜੀ ਦੀ ਵਡਿਆਈ ਵਿੱਚ ਇਹ ਜੋ ਅੰਮ੍ਰਿਤਮਈ ਬਚਨ ਕਹੇ, ਉਹਨਾਂ ਵਿੱਚ ਬਾਰ-ਬਾਰ ਗੁਰੂ ਦੀ ਵਡਿਆਈ ਦਾ ਜ਼ਿਕਰ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਜਿਹੜਾ ਇਹਨਾਂ ਨੇੜੇ ਹੋ ਕੇ ਤੱਕਿਆ ਸੀ, ਸਭ ਤੋਂ ਵੱਧ ਕੇ ਸਵਈਏ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਵਿੱਚ ਉਚਾਰਨ ਕਰਦੇ ਆ। ਭੱਟ ਨਲ ਜੀ ਨੇ ਅੰਮ੍ਰਿਤਮਈ ਬਚਨ ਕਹੇ, ਕਹਿਣ ਲੱਗੇ, ਗੁਰੂ ਸਾਰਾ ਕੁਝ ਕਰਨ ਦੇ ਸਮਰੱਥ ਹੈ। ਗੁਰੂ ਹੀ ਜੀਵ ਨੂੰ ਸੰਸਾਰ ਰੂਪੀ ਭਵਜਲ ਵਿੱਚੋਂ ਪਾਰ ਕਰਨ ਦੇ ਯੋਗ ਵੀ ਹੈ। ਤਾਰਨ ਤਰਨ ਸਮਰੱਥ ਕਲਯੁਗ ਦੇ ਵਿੱਚ ਕਲਯੁਗ ਜਹਾਜ਼ ਅਰਜਨ ਗੁਰੂ।
ਭਾਈ ਇਸ ਕਲਯੁਗ ਦੇ ਜਹਾਜ਼ ਦੇ ਅੰਦਰ, ਕਲਯੁਗ ਦੇ ਸੰਸਾਰ ਵਿੱਚ ਰਹਿੰਦੇ ਆ। ਇਹ ਭੈੜੇ ਸਮੇਂ ਦੇ ਵਿੱਚੋਂ ਜੇ ਕੋਈ ਸਾਨੂੰ ਸੰਸਾਰ ਰੂਪੀ ਭਵਜਲ ਤੋਂ ਪਾਰ ਕਰਨ ਦੇ ਯੋਗ ਹੈ ਤੇ ਉਹ ਗੁਰੂ ਹੈ। ਧੰਨ ਗੁਰੂ ਰਾਮਦਾਸ ਜੀ ਦੀ ਵਡਿਆਈ ਕਰਦੇ ਆ। ਪਾਠਕ ਸਾਹਿਬਾਨਾਂ ਨੇ ਇਹ ਅੰਮ੍ਰਿਤਮਈ ਬਚਨ ਕਹੇ, ਸੁਣਤ ਸੰਵਾਦ ਸ਼ਬਦ ਜਿਸ ਕੇਰੇ। ਐਸੇ ਗੁਰੂ ਦੀ ਸਾਨੂੰ ਬਾਰ-ਬਾਰ ਵਡਿਆਈ ਕਰਨੀ ਚਾਹੀਦੀ ਹੈ। ਗੁਰੂ ਗੁਰੂ ਕਰਕੇ ਐਸੇ ਗੁਰੂ ਦਾ ਨਾਮ ਜਪਣਾ ਚਾਹੀਦਾ ਹੈ, ਜਿਹੜੇ ਗੁਰੂ ਦਾ ਨਾਮ ਲਿਆ ਹੀ ਸਾਡੀ ਸਮਾਧੀ, ਸਾਡਾ ਧਿਆਨ, ਸਾਡੀ ਸੁਰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਕੇ ਜੁੜ ਜਾਂਦੀ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਦੋਂ ਸਿੱਧਾਂ ਜੋਗੀਆਂ ਦੇ ਨਾਲ ਵਿਚਾਰ ਚਰਚਾ ਹੋਈ, ਉਹਨਾਂ ਨੇ ਵੀ ਉੱਥੇ ਵਚਨ ਕਹੇ। ਕਹਿਣ ਲੱਗੇ, ਕਵਣ ਆਰੰਭ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਤੇ ਗੁਰੂ ਨਾਨਕ ਸਾਹਿਬ ਨੇ ਬੜਾ ਪਿਆਰਾ ਉੱਤਰ ਦਿੱਤਾ। ਕਹਿਣ ਲੱਗੇ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਹਿਣ ਲੱਗੇ, ਸ਼ਬਦ ਮੇਰਾ ਗੁਰੂ ਹੈ ਤੇ ਸ਼ਬਦ ਗੁਰੂ ਦੇ ਲੜ ਲੱਗ ਕੇ ਹੀ, ਉਸ ਸ਼ਬਦ ਗੁਰੂ ਚ ਸੁਰਤ ਟਿਕਾ ਕੇ ਹੀ ਮੈਂ ਆਪ ਜੀ ਤੱਕ ਇੱਥੇ ਪਹੁੰਚ ਸਕਿਆ ਹਾਂ। ਤੇ ਹਰ ਬੰਦਾ ਉਸ ਪਰਬਤ ਤੇ ਨਹੀਂ ਸੀ ਪਹੁੰਚ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦ ਗੁਰੂ ਨੂੰ ਜਿਹੜੀ ਸੀ ਮਹਾਨਤਾ ਬਖਸ਼ਿਸ਼ ਕੀਤੀ। ਤੇ ਜੇ ਸਾਧ ਸੰਗਤ ਅਜੋਕੇ ਸਮੇਂ 'ਚ ਅਸੀਂ ਗੁਰੂ ਲੱਭਣਾ ਹੋਵੇ, ਜੇ ਅਸੀਂ ਆਪਣੀ ਮਤ ਬੁੱਧੀ ਦੇ ਅਨੁਸਾਰ ਸੰਸਾਰ ਤੇ ਕੋਈ ਗੁਰੂ ਧਾਰਨ ਕਰਦੇ ਹਾਂ, ਤੇ ਸੱਚ ਇਹ ਹੈ ਅਸੀਂ ਬਾਰ-ਬਾਰ ਥਾਂ ਦੇ ਉੱਤੇ ਫਿਰ ਠੋਕਰਾਂ ਖਾਂਦੇ ਹਾਂ। ਕਿਉਂਕਿ ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਈ। ਖੁਆਰ ਕੌਣ ਨੇ? ਜਿਹੜੇ ਆਪਣੀ ਬੁੱਧੀ ਦੇ ਅਨੁਸਾਰ ਗੁਰੂ ਧਾਰਨ ਕਰਦੇ ਨੇ, ਜਿਨ੍ਹਾਂ ਨੇ ਗੁਰੂ ਨਾਨਕ ਤੇ ਡੋਰੀਆਂ ਸੁੱਟ ਦਿੱਤੀਆਂ ਕਿ ਬਾਬਾ ਨਾਨਕ ਜੀ ਗੁਰੂ ਦੀ ਚੋਣ ਕਰਨ ਲੱਗਿਆ, ਆਪ ਜੀ ਤੋਂ ਵੱਧ ਕੇ ਸੰਸਾਰ ਤੇ ਸਿਆਣਾ ਤੇ ਸਮਝਦਾਰ ਕੋਈ ਨਹੀਂ ਹੋ ਸਕਦਾ। ਅਸੀਂ ਆਪਣੀ ਬੁੱਧੀ ਦੇ ਅਨੁਸਾਰ ਸੰਸਾਰ ਤੇ ਕੋਈ ਐਸਾ ਗੁਰੂ ਚੁਣਦੇ ਹਾਂ ਤੇ ਠੋਕਰਾਂ ਖਾਵਾਂਗੇ। ਪਰ ਜਿਨ੍ਹਾਂ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਅਨੁਸਾਰ ਗੁਰੂ ਚੁਣਿਆ, ਸੱਚ ਜਾਣਿਓ ਉਹਨਾਂ ਨੇ ਸੰਸਾਰ ਤੇ ਕਦੇ ਥਾਂ ਦੇ ਉੱਤੇ ਠੋਕਰਾਂ ਨਹੀਂ ਖਾਧੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਜਿਹੜੇ ਸ਼ਬਦ ਗੁਰੂ ਦੇ ਨਾਲ ਸੁਰਤ ਜੋੜਦੇ ਨੇ, ਸੱਚ ਜਾਣਿਓ ਉਹਨਾਂ ਦੀ ਸੁਰਤ ਬਿਰਤੀ ਸਿੱਧੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਚਰਨਾਂ ਦੇ ਨਾਲ ਜੁੜ ਜਾਂਦੀ ਹੈ। ਸਾਧ ਸੰਗਤ, ਦੁਨੀਆ ਦੇ ਇਤਿਹਾਸ ਵਿੱਚ ਬੜੇ ਗ੍ਰੰਥ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਵੋਤਮ ਦਰਜਾ ਕਿਉਂ ਹੈ? ਕਿਉਂਕਿ ਬਾਕੀ ਦੇ तमाम ਧਾਰਮਿਕ ਗ੍ਰੰਥ ਕੇਵਲ ਤੇ ਕੇਵਲ ਰੱਬ ਦੀਆਂ ਗੱਲਾਂ ਹੀ ਕਰਦੇ ਨੇ। ਰੱਬ ਕੀ ਹੈ, ਰੱਬ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ। ਪਰ ਇੱਕੋ ਇੱਕ ਇਤਿਹਾਸ ਦੇ ਅੰਦਰ ਗ੍ਰੰਥ ਹੈ ਜਿਹੜਾ ਕੇਵਲ ਰੱਬ ਦੀਆਂ ਗੱਲਾਂ ਹੀ ਨਹੀਂ ਕਰਦਾ, ਰੱਬ ਨਾਲ ਗੱਲਾਂ ਕਰਦਾ ਹੈ। ਜਦੋਂ ਬਾਣੀ ਪੜ੍ਹੀਏ, ਸੁਣਤ ਸੰਵਾਦ ਸ਼ਬਦ ਜਿਸ ਕੇਰੇ, ਜਿਹਦੇ ਸ਼ਬਦ ਪੜ੍ਹਿਆ ਸੁਣਿਆ ਸਾਡਾ ਧਿਆਨ ਸਿੱਧਾ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜੁੜ ਜਾਂਦਾ ਹੈ। ਸੰਸਾਰ ਨਾਲ ਨਹੀਂ, ਬਲਕਿ ਨਿਰੰਕਾਰ ਦੇ ਨਾਲ ਜੁੜ ਜਾਂਦਾ ਹੈ। ਇੰਜ ਕਹਿ ਦਈਏ ਸਾਧ ਸੰਗਤ, ਸ਼ਬਦ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਮਨੁੱਖ ਅਕਾਲ ਪੁਰਖ ਦੇ ਚਰਨਾਂ ਵਿੱਚ ਅਭੇਦ ਹੋ ਜਾਂਦਾ ਹੈ, ਰੱਬ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਮੈਂ ਫਿਰ ਬੇਨਤੀ ਕਰਾਂ ਕਿ ਬਾਕੀ ਦੇ तमाम ਗ੍ਰੰਥ ਕੇਵਲ ਰੱਬ ਦੀਆਂ ਹੀ ਗੱਲਾਂ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਦੇ ਨੇ। ਬਸ ਇਹੀ ਫਰਕ ਹੈ। ਜਦੋਂ ਆਪਾਂ ਬਾਣੀ ਪੜ੍ਹੀਏ, ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਕਰੀਏ, ਸਾਡੀ ਸੁਰਤ ਬਿਰਤੀ ਪਰਮੇਸ਼ਰ ਦੀ ਚਰਨਾਂ ਦੇ ਵਿੱਚ ਜਾ ਕੇ ਜੁੜ ਜਾਂਦੀ ਹੈ। ਇਹ ਗੱਲ ਭੱਟ ਸਾਹਿਬਾਨ ਵੀ ਕਹਿ ਰਹੇ ਨੇ। ਕਹਿੰਦੇ ਭਾਈ, ਜਦੋਂ ਅਸੀਂ ਆਪਣੇ ਮੁਖ ਤੋਂ ਗੁਰੂ ਗੁਰੂ ਕਰਦੇ ਆ ਨਾ, ਤੇ ਗੁਰੂ ਗੁਰੂ ਕੀਤਿਆਂ, ਗੁਰੂ ਦੀ ਬਾਣੀ ਪੜ੍ਹਿਆ, ਗੁਰੂ ਦੀ ਵਿਚਾਰ ਨਾਲ ਜੁੜਿਆ, ਸਾਡਾ ਧਿਆਨ ਸੰਸਾਰ ਨਾਲ ਨਹੀਂ, ਬਲਕਿ ਸਾਡੀ ਸਮਾਧੀ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜ ਜਾਂਦੀ ਹੈ। ਐਸੀ ਤਾਕਤ ਦਾ ਮਾਲਕ ਹੈ ਗੁਰੂ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਸਾਧ ਸੰਗਤ, ਜਦੋਂ
ਗੁਰਬਾਣੀ ਪੜਾਂਗੇ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਵਾਂਗੇ। ਸਤਿਗੁਰ ਬੋਹਿਥ ਹਰ ਨਾਮ ਹੈ, ਕਿਤ ਬਿਧ ਚੜਿਆ ਜਾਏ। ਵੇਖੋ ਗੁਰੂ ਕੈਸਾ ਜਹਾਜ਼ ਹੈ। ਸਤਿਗੁਰ ਬੋਹਿਥ, ਬੋਹਿਥ ਕਹਿੰਦੇ ਨੇ ਜਹਾਜ਼। ਗੁਰੂ ਕਿਹੜਾ ਜਹਾਜ਼ ਹੈ? ਇਸ ਜਹਾਜ਼ ਵਿੱਚ ਕਿਵੇਂ ਸਵਾਰ ਹੋਇਆ ਜਾ ਸਕਦਾ ਹੈ? ਸਤਿਗੁਰ ਬੋਹਿਥ ਹਰ ਨਾਮ ਹੈ, ਕਿਤ ਬਿਧ ਚੜਿਆ ਜਾਏ। ਸਤਿਗੁਰ ਕੈ ਭਾਣੈ ਜੋ ਚੱਲੈ, ਵਿੱਚ ਬੋਹਿਥ ਬੈਠਾ ਆਏ। ਭਾਈ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ, ਉਹ ਇਸ ਜਹਾਜ਼ ਵਿੱਚ ਆ ਕੇ ਸਵਾਰ ਹੋ ਜਾਂਦਾ ਹੈ। ਤੇ ਜਿਹੜਾ ਗੁਰੂ ਦੇ ਜਹਾਜ਼ ਵਿੱਚ ਆ ਕੇ ਸਵਾਰ ਹੋ ਗਿਆ ਨਾ, ਸੱਚ ਜਾਣਿਓ ਉਹ ਸੰਸਾਰ ਰੂਪੀ ਭਵਜਲ ਤੋਂ ਪਾਰ ਲੰਘ ਜਾਵੇਗਾ। ਪਰ ਇਹ ਜਹਾਜ਼ ਵਿੱਚ ਸਵਾਰ ਹੋਣ ਦੀਆਂ ਸ਼ਰਤਾਂ ਕੀ ਨੇ? ਗੁਰੂ ਦਾ ਭਾਣਾ ਮੰਨਣਾ, ਗੁਰੂ ਦਾ ਹੁਕਮ ਮੰਨਣਾ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਦੋਂ ਅਸੀਂ ਐਸੇ ਗੁਰੂ ਦੇ ਚਰਨਾਂ ਦੇ ਨਾਲ ਜੁੜਾਂਗੇ, ਸਤਿਗੁਰ ਕਹਿੰਦੇ ਕੇਵਲ ਸੰਸਾਰ ਰੂਪੀ ਭਵਜਲ ਤੋਂ ਪਾਰ ਲੰਘਣ ਦੀ ਜੁਗਤੀ ਨਹੀਂ ਆਵੇਗੀ। ਭੱਟ ਜੀ ਕਹਿੰਦੇ ਕੇਵਲ ਤੇ ਕੇਵਲ ਰੱਬ ਨਾਲ ਸਮਾਧੀ ਨਹੀਂ ਜੁੜੇਗੀ, ਬਲਕਿ ਹੋਰ ਵੀ ਬੜੀਆਂ ਬਰਕਤਾਂ ਜਿਹੜੀਆਂ ਨੇ ਉਹ ਗੁਰੂ ਦੇ ਚਰਨਾਂ ਦੇ ਨਾਲ ਜੁੜਿਆਂ ਪ੍ਰਾਪਤ ਹੋਣਗੀਆਂ। ਉਹ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਨੇ? ਅਗਲੇ ਬੰਦ ਵਿੱਚ ਭੱਟ ਸਾਹਿਬਾਨ ਬੜੇ ਪਿਆਰ ਤੇ ਸਤਿਕਾਰ ਸਹਿਤ ਸਾਨੂੰ ਗੁਰੂ ਦੀ ਵਡਿਆਈ ਦੱਸਦਿਆਂ ਕਹਿ ਰਹੇ ਨੇ, ਫੁਨ ਸੁਖ ਦਾ ਦੁੱਖ ਨਾਸਕ, ਫੁਨ ਦੁੱਖਣ ਨਾਸਕ ਸੁਖਦਾਇਕ। ਭਾਈ ਐਸੇ ਗੁਰੂ ਦੇ ਚਰਨਾਂ ਦੇ ਨਾਲ ਜੁੜਿਆਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਫੁਨ ਦੁੱਖ ਨਾਸਨ, ਦੁੱਖਨ ਨਾਸ ਸੁਖਦਾਇਕ ਸੂਰੋ। ਭਾਈ ਗੁਰੂ ਦੇ ਚਰਨਾਂ ਦੇ ਨਾਲ ਜਿੱਥੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਉੱਥੇ ਗੁਰੂ ਉਹ ਸੂਰਮਾ ਜਿਹੜਾ ਸਾਨੂੰ ਸੁੱਖ ਦੇ ਦਿੰਦਾ ਹੈ। ਜੀਵਨ ਦੇ ਆਤਮਿਕ ਸੁੱਖ ਸਾਨੂੰ ਸੰਸਾਰ ਰੂਪੀ ਭਵਜਲ ਵਿੱਚ ਪ੍ਰਾਪਤ ਹੋ ਜਾਂਦੇ ਨੇ। ਐਸਾ ਗੁਰੂ ਸੂਰਮਾ ਹੈ ਜੋ ਧਰਤ ਧਿਆਨ ਬਸਤ ਤੇ ਹਨੇਰੇ, ਜਿਹੜਾ ਉਸ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਧਰਦਾ। ਐਸੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਪਾਤਸ਼ਾਹ ਕਹਿਣਗੇ ਉਹ ਇਸ ਗੱਲ ਨੂੰ ਸਮਝ ਜਾਂਦਾ ਹੈ, ਨੇਰਾ ਨਾ ਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਜਿਹੜਾ ਸ਼ਬਦ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ, ਉਹਨੂੰ ਸਮਝ ਆ ਜਾਂਦੀ ਹੈ ਕਿ ਨੇਰਾ ਨਾ ਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਕਹਿ ਰਵਿਦਾਸ ਹਾਥ ਪੈ ਨੇਰਾ, ਸਹਜੇ ਹੋਏ ਸੋ ਹੋਈ। ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਦਾ ਉਹਨੂੰ ਸਮਝ ਆ ਜਾਂਦੀ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਭਾਈ ਜਿਹੜਾ ਪਰਮੇਸ਼ਰ ਬ੍ਰਹਮੰਡ ਦੇ ਵਿੱਚ ਸਮਾਇਆ ਹੋਇਆ ਹੈ, ਉਹ ਪਰਮੇਸ਼ਰ ਸਾਡੇ ਪਿੰਡ ਦੇ ਅੰਦਰ ਵੀ ਹੈ, ਸਾਡੇ ਸਰੀਰ ਦੇ ਅੰਦਰ ਵੀ ਰਮਿਆ ਹੋਇਆ ਹੈ। ਭਾਵ ਕਿ ਉਹ ਅਕਾਲ ਪੁਰਖ ਸਾਡੇ ਤੋਂ ਦੂਰ ਨਹੀਂ। ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੂੜੇ, ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ। ਫਿਰ ਬੰਦਾ ਜੰਗਲਾਂ ਵਿੱਚ ਉਸ ਰੱਬ ਦੀ ਭਾਲ ਨਹੀਂ ਕਰਦਾ। ਉਤੇ ਘਰ ਬੈਠੇ ਗੁਰੂ ਧਿਆਇਓ, ਉਤੇ ਘਰ ਬੈਠਾ ਹੀ ਫਿਰ ਅਕਾਲ ਪੁਰਖ ਨੂੰ ਧਿਆ ਕੇ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦਾ ਹੈ। ਉਹ ਐਸਾ ਮਨੁੱਖ ਜਦੋਂ ਗੁਰੂ ਦੇ ਚਰਨਾਂ ਦੇ ਨਾਲ ਆ ਕੇ ਜੁੜਦਾ ਹੈ ਤੇ ਸਾਧ ਸੰਗਤ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿੱਥੇ ਸਾਡੇ ਦੁੱਖ ਦੂਰ ਹੁੰਦੇ ਨੇ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਗੜ ਨਾ ਕੋ ਲਾਗੈ ਜਾ ਕੇ ਪ੍ਰਭ ਆਗੈ ਅਰਦਾਸ। ਗੁਰੂ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ। ਸਾਹਿਬ ਕਹਿੰਦੇ ਜਦੋਂ ਆਪਾਂ ਸੱਚੇ ਗੁਰੂ ਦੇ ਚਰਨਾਂ ਦੇ ਨਾਲ ਜੁੜਾਂਗੇ ਨਾ, ਸਾਡੇ ਦੁੱਖ ਨਾਸ ਹੋ ਜਾਣਗੇ। ਪਰ ਜੇ ਅਸੀਂ ਆਪਣੀ ਬੁੱਧੀ ਅਨੁਸਾਰ ਕੋਈ ਗੁਰੂ ਧਾਰਨ ਕਰਕੇ ਉਹਦੇ ਕੋਲ ਜਾ ਕੇ ਆਪਣੇ ਦੁੱਖੜੇ ਦੱਸਾਂਗੇ, ਸਾਡੇ ਦੁੱਖੜੇ ਘਟਣਗੇ ਨਹੀਂ, ਹੋਰ ਵੀ ਵੱਧ ਸਕਦੇ ਨੇ। ਕਿਉਂਕਿ ਦੁੱਖ ਤਿਸੈ ਪੈ ਆਖੀਐ, ਸੁਖ ਜਿਸੈ ਹੀ ਪਾਸ। ਦੁੱਖ ਵੀ ਉਸ ਗੁਰੂ ਦੇ ਕੋਲ ਜਾ ਕੇ ਦੱਸਣੇ ਚਾਹੀਦੇ ਨੇ ਜਿਹੜਾ ਆਪ ਸੁਖੀ ਹੋਵੇ, ਜਿਹੜਾ ਆਪ ਸੁਖੀ ਹੋਵੇ। ਜਿਹੜਾ ਆਪ ਦੁਖੀ ਬੈਠਾ ਹੋਵੇ ਉਹ ਸਾਨੂੰ ਸੁੱਖ ਕਿੱਥੋਂ ਦੇਵੇਗਾ? ਤੇ ਐਸਾ ਗੁਰੂ ਕੌਣ ਹੈ? ਬਲਹਾਰੀ ਗੁਰ ਆਪਣੇ, ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਐਸਾ ਗੁਰੂ ਹੈ ਸ਼ਬਦ ਗੁਰੂ,
ਜਿਸ ਗੁਰੂ ਦੇ ਲੜ ਲੱਗਿਆਂ ਸਾਨੂੰ ਆਤਮਿਕ ਤੌਰ ਦੇ ਉੱਤੇ ਸੁੱਖ ਪ੍ਰਾਪਤ ਹੋ ਜਾਂਦੀ। ਜਿਸ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਸਾਡਾ ਧਿਆਨ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਕੇ ਜੁੜ ਜਾਂਦਾ ਹੈ ਤੇ ਸਾਡੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਤੇ ਸੁੱਖ ਸਾਡੇ ਹਿਰਦੇ ਰੂਪੀ ਘਰ ਦੇ ਅੰਦਰ ਪ੍ਰਵੇਸ਼ ਕਰ ਜਾਂਦੀ। ਭਾਈ ਜੇ ਐਸਾ ਗੁਰੂ ਸਾਡੇ ਤੇ ਦਇਆਵਾਨ ਹੋ ਗਿਆ, ਜੇ ਅਸੀਂ ਗੁਰੂ ਦੇ ਆਪਾਂ ਚਰਨਾਂ ਦੇ ਨਾਲ ਜੁੜ ਗਏ ਤੇ ਫਿਰ ਸਤਿਗੁਰ ਕਹਿੰਦੇ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀ ਹੈ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਹੈ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਹੈ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ। ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ। ਇਹ ਸਾਰੇ ਸਰੀਰ ਦੇ ਸੁੱਖ ਵੀ ਪ੍ਰਾਪਤ ਹੋ ਜਾਣਗੇ। ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ। ਜੇ ਭਾਈ ਅਸੀਂ ਗੁਰੂ ਦੀ ਅਸੀਸ ਪ੍ਰਾਪਤ ਹੋ ਗਈ, ਅਸੀਂ ਸੱਚੇ ਪਰਮੇਸ਼ਰ ਵਿੱਚ ਜਾ ਕੇ ਲਿਵਲੀਨ ਹੋ ਜਾਵਾਂਗੇ। ਗੱਲ ਤੇ ਇਹ ਹੈ ਆਪਣੀ ਗੁਰੂ ਦੀ ਖੁਸ਼ੀ ਕਿਵੇਂ ਪ੍ਰਾਪਤ ਕਰਨੀ। ਸਤਿਗੁਰੂ ਸਾਡੇ ਤੇ ਦਇਆਵਾਨ ਕਿਵੇਂ ਹੋ ਸਕਦੇ। ਭਾਈ ਜੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੋਏ ਨਾ ਤੇ ਫਿਰ ਗੁਰੂ ਦੀ ਸੇਵਾ ਦੇ ਵਿੱਚ ਜੁੜਨਾ ਪਵੇਗਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਭਾਈ ਜਦੋਂ ਅਸੀਂ ਆਪਣਾ ਆਪਾ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰਾਂਗੇ ਤਾਂ ਗੁਰੂ ਦੀ ਖੁਸ਼ੀ ਪ੍ਰਾਪਤ ਹੋ ਸਕੇਗੀ। ਸ੍ਰੀ ਲੰਕਾ ਦੀ ਧਰਤੀ ਤੇ ਬੈਠਾ ਰਾਜਾ ਸ਼ਿਵਨਾਭ, ਜਿਹਨੇ ਭਾਈ ਮਨਸੁਖ ਦੇ ਕੋਲੋਂ ਗੁਰੂ ਨਾਨਕ ਦੀਆਂ ਵਡਿਆਈਆਂ ਸੁਣੀਆਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਵਡਿਆਈਆਂ ਸੁਣ ਕੇ ਉਹਦੇ ਮਨ ਵਿੱਚ ਵੀ ਗੁਰੂ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ। ਦਿਨ ਰਾਤ ਉਡੀਕ ਕਰਨ ਲੱਗ ਪਿਆ, ਕਦੋਂ ਸਮਾਂ ਆਵੇਗਾ ਜਿਸ ਗੁਰੂ ਦੀਆਂ ਇੰਨੀਆਂ ਵਡਿਆਈਆਂ ਭਾਈ ਮਨਸੁਖ ਜੀ ਕਹਿ ਕੇ ਗਏ ਨੇ, ਉਹ ਗੁਰੂ ਦੇ ਕਦੋਂ ਦੀਦਾਰ ਹੋਣਗੇ ਤੇ ਐਸੇ ਗੁਰੂ ਦੇ ਦਰਸ਼ਨ ਕਰਕੇ ਮੇਰੇ ਹਿਰਦੇ ਨੂੰ ਕਦੋਂ ਸ਼ਾਂਤੀ ਪ੍ਰਾਪਤ ਹੋਵੇਗੀ, ਕਦੋਂ ਟਿਕਾ ਪ੍ਰਾਪਤ ਹੋਵੇਗਾ। ਪਤਾ ਨਹੀਂ ਕਿਹੜੇ ਕਿਹੜੇ ਗੁਣ ਭਾਈ ਮਨਸੁਖ ਨੇ ਗੁਰੂ ਨਾਨਕ ਸਾਹਿਬ ਦੇ ਰਾਜੇ ਸ਼ਿਵਨਾਭ ਦੇ ਕੋਲ ਬਿਆਨ ਕੀਤੇ ਹੋਣਗੇ, ਜਿਹੜੇ ਗੁਣਾਂ ਨੂੰ ਸੁਣਦਿਆਂ ਸਾਰ ਰਾਜਾ ਸ਼ਿਵਨਾਭ ਦੇ ਮਨ ਵਿੱਚ ਗੁਰੂ ਨਾਨਕ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੁੰਦੀ ਹੈ। ਕਈ ਗਏ ਅਡੰਬਰ ਬਣਾ ਕੇ ਸੁਣਿਆ ਸੀ ਕਿ ਰਾਜਾ ਸ਼ਿਵਨਾਭ ਗੁਰੂ ਨਾਨਕ ਦੀ ਉਡੀਕ ਵਿੱਚ ਬੈਠਾ ਹੋਇਆ ਦਿਨ ਰਾਤ ਗੁਰੂ ਨਾਨਕ ਦੇ ਪਿਆਰ ਦੇ ਵਿੱਚ, ਗੁਰੂ ਨਾਨਕ ਦੇ ਦਰਸ਼ਨਾਂ ਦੀ ਤਾਂਘ ਦੇ ਵਿੱਚ ਉਤਾਵਲਾ ਹੋਇਆ ਪਿਆ। ਰਾਜੇ ਸ਼ਿਵਨਾਭ ਨੇ ਆਪਣੇ ਚੇਲਿਆਂ ਨੂੰ, ਆਪਣੇ ਸੇਵਕਾਂ ਨੂੰ ਇਹ ਗੱਲ ਕਹੀ। ਰਾਜਾ ਸ਼ਿਵਨਾਭ ਕਹਿੰਦਾ ਮੈਨੂੰ ਭਾਈ ਮਨਸੁਖ ਇਹ ਵੀ ਕਹਿ ਕੇ ਗਏ ਨੇ ਕਿ ਜੇ ਕੋਈ ਘਰ ਬੈਠਾ ਵੀ ਗੁਰੂ ਨੂੰ ਯਾਦ ਕਰਦਾ ਪਿਆਰ ਸਹਿਤ ਤੇ ਗੁਰੂ ਉੱਥੇ ਵੀ ਪਹੁੰਚ ਜਾਂਦਾ। ਗੱਲ ਪਿਆਰ ਦੀ ਹੈ। ਰਾਜਾ ਸ਼ਿਵਨਾਭ ਦਿਨ ਰਾਤ ਗੁਰੂ ਨਾਨਕ ਦੀ ਉਡੀਕ ਦੇ ਵਿੱਚ ਬੈਠਾ ਹੋਇਆ ਗੁਰੂ ਗੁਰੂ ਘਰ ਬੈਠਾ ਕਰੀ ਜਾ ਰਿਹਾ ਹੈ। ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ ਦੇ ਵਿੱਚ ਰਹਿੰਦਿਆਂ ਨਿਰੰਕਾਰ ਦੀ ਪ੍ਰਾਪਤੀ ਵਾਸਤੇ ਤਰਸ ਰਿਹਾ ਸੀ। ਭਾਈ ਮਨਸੁਖ ਨੇ ਇੱਥੋਂ ਤੱਕ ਵੀ ਬਚਨ ਕਹੇ ਸੀ, ਜਦੋਂ ਕੋਈ ਗੁਰੂ ਨਾਨਕ ਦੇ ਦੀਦਾਰ ਕਰਦਾ ਹੈ ਨਾ ਤੇ ਗੁਰੂ ਨਾਨਕ ਦੇ ਦਰਸ਼ਨ ਕੀਤਿਆਂ ਹਿਰਦੇ ਨੂੰ ਠੰਡ ਵਰਤ ਜਾਂਦੀ ਹੈ। ਐਸੇ ਸੁੱਖਾਂ ਦੇ ਸੂਰਮੇ ਨੇ ਮੇਰੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ। ਸਾਧ ਸੰਗਤ ਦਿਨ ਰਾਤ ਉਡੀਕ ਰਿਹਾ ਸੀ। ਕਈ ਚੇਲੇ, ਕਈ ਧਰਮਾਤਮਾ, ਕਈ ਮਹਾਤਮਾ ਗੁਰੂ ਨਾਨਕ ਬਣ ਕੇ ਇਹਦੇ ਕੋਲ ਪਹੁੰਚੇ, ਪਰ ਇਹਨੇ ਕਈ ਪ੍ਰਕਾਰ ਦੀਆਂ ਪ੍ਰੀਖਿਆਵਾਂ ਕੀਤੀਆਂ। ਰਾਜੇ ਸ਼ਿਵਨਾਭ ਨੂੰ ਇਹ ਵੀ ਕਿਹਾ ਗਿਆ ਸੀ ਗੁਰੂ ਨਾਨਕ ਮਾਇਆ ਦੇ ਮੋਹ ਵਿੱਚ ਨਹੀਂ ਜੇ ਪੈਂਦੇ। ਗੁਰੂ ਨਾਨਕ ਨੂੰ ਲਾਲਚ ਕੋਈ ਨਹੀਂ। ਜਿਸ ਵਕਤ ਵਾਕਈ ਰਾਜੇ ਸ਼ਿਵਨਾਭ ਨੇ ਕਈਆਂ ਦੀਆਂ ਪ੍ਰੀਖਿਆਵਾਂ ਕੀਤੀਆਂ, ਬੜੇ ਬੜੇ ਮਾਇਆ ਦੇ ਰੂਪ ਦੇ ਵਿੱਚ ਆ ਕੇ ਡੋਲ ਗਏ। ਪਰ ਜਦੋਂ ਵਾਕਈ ਗੁਰੂ ਨਾਨਕ ਸਾਹਿਬ ਗਏ ਨਾ, ਉਸ ਬਾਗ ਦੇ ਵਿੱਚ ਰੌਣਕਾਂ ਲੱਗ ਗਈਆਂ। ਕੀਰਤਨ ਕੀਤਾ, ਕੀਰਤਨ ਦੇ ਨਾਲ ਆਸੇ ਪਾਸੇ ਦਾ ਮਾਹੌਲ ਸੁਖਦਾਇਕ ਬਣ ਗਿਆ। ਰਾਜੇ ਸ਼ਿਵਨਾਭ ਨੇ ਦੂਜਿਆਂ ਦੀ ਤਰ੍ਹਾਂ
कई वार तां टके भेज के गुरु नानक साहब नूं भरमाउण दे यतन कीते भी शायद जे ये भटक गए तो ये गुरु नानक नहीं होणगे, क्योंकि यकीन नहीं सी आ रहा। वाकई एक दिन राजा शिवनाभ दीआं भावना नूं वेखदिआं होइआं गुरु नानक साहब ने जदों उहदे बाग विच जाके डेरा कीता, इहने बड़ी वड्डी प्रीख्या कीती। बच्चियां दे नाच करवाए। जदों बच्चियां दे नाच करवाउणा कीते ते गुरु नानक साहब ने उन्हां बच्चियां नूं एक बड़े प्यार ते सत्कार सहित बचन कहा। कहण लगे, बच्चियो गाशो पुत्री राज कुवार, साच भणो सुन दौत सवार। बच्चियो बाप दे सामने धीआं दा इदां नाच करना चंगा नहीं लगदा। बाप दे सामने इदां धीआं दा नाच करना चंगा नहीं लगदा। तुसीं साडीआं बच्चियां जी। जदों इन्हां धीआं दे हाव भाव करके भी गुरु नानक साहब महाराज जी भटके ना, इन्हां नूं बनदा धीआं दा सत्कार दिता। उन्होंने आप जाके दसिया, राजा शिवनाभ जी ਜਿਹੜੇ गुरु नानक की तुसीं गल करदे सी, भाल कर रहे सी, वो गुरु नानक आ गए जी। राजा शिवनाभ गुरु नानक साहब नूं आके मिलिया, नमस्कार कीती, मत्था टेक के कहन लगा, बाबा जी मेरे ते किरपा करो, मेरे घर चलो। गुरु नानक साहब जी कहन लगे, तेरे घर? कित्थे है तेरा घर? वो कहन लगा, इत्थे मेरा घर भी है, मेरा राज भाग भी इस इलाके च है। गुरु नानक साहब जी कहते, तेरे कोल जावांगे जरूर, पर कुछ अपना भेंट कर। वो कहने लगा, जाओ मैं तुहानू सतगुरु जी सारा राज भाग दिता। साहब कहने लगे, ते गल तेरा पिता भी कहता संसार तो चला गया, ये राज भाग तेरा नहीं। कह लगा, जी मैं अपना आपा समर्पित करदा। सतगुरु कहते, ये भी तेरा अपना आपा भी तेरा नहीं, ये भी रब दा दिता होया शरीर है। कह लगे, जी मैं आप जी के चरणों च मन भेंट करदा। गुरु नानक साहब जी कह लगे, मन भी तेरा नहीं। तो गुरु नानक साहब के चरणों ते ढह के कह लगा, दाता फिर दस दिओ मेरा की है। गुरु नानक साहब जी कह लगे, तेरी अपनी हौमै ही तेरी है, क्योंकि हौमै रोग मनुख कौ दीना। जे तू अपना कुछ भेंट कर सकदा ते अपना हंकार भेंट कर दे। जे तू मेरा होए रहे, सब जग तेरा होए। राजे शिवनाभ दा हंकार टुटिया, उन्होंने इस गल का बोध हो गया, कबीर मेरा मुझ में किश नहीं, जो किश है सो तेरा, तेरा तुझको सौंपते क्या लागे मेरा। समझ आ गई राजा शिवनाभ नूं। गुरु नानक साहब के चरणों दे विच नमस्कार कीती, अपना हंकार त्यागया ते गुरु दियां असीसां प्राप्त कीतियां। गुरु के दर्शन करदियां मन नदरों नदरी निहाल हो गया। मैं ये बेनती तां कह रहा, आपां गुरु नानक साहब जी का आगमन पुरब मनाउण जा रहे हैं 19 तरीक नूं, ते आपां गुरु नानक साहब जी के जीवन तो कुछ सिक्ख्यावां भी धारण करिए। जे अपने आपे नूं गुरु नानक दे सिख कहने आ, ते जे साडे गुरु ने उन्हां बच्चियां दा नाच देखण तो पहला ये गल कही कि धीआं बाप अगे नचदियां चंगियां नहीं लगदियां, ते अज आपां भी उसे गुरु नानक दे सिख हां। असीं भी विआह शादियां दे दौरान अपने पैलसां दे विच धीआं दे नाच ना वेखीए। जे वाकई गुरु नानक दे सिख हां ते असीं भी कहीए, धीओ इदां पैलसां दे विच नचदियां चंगियां नहीं लगदियां। एक पासे ते गुरु नानक दे सिख होण दे दावा करांगे, ते दूजे पासे पैलसां दे विच आपां अपणीआं बच्चियां दे नाच करवाउने आ। अज दा गुरु दा सिख मैं इत्थों तक भी वेखिया साध संगत, बाहरी तौर दे उत्ते ते कहेगा कि साडी बच्ची अज स्कूल दे विच डांस करके आई, बड़ा चंगा लग्या, जां साडी बच्ची फलाणे गाने ते डांस बड़ा वधिया करदी है। पर सच ये है, जे उसे बच्ची नूं किते बाप ने डांस की तरह डांस ना करवा के ते किते गुरबाणी दे शब्द सुनाए होण, गुरु नानक की सिक्ख्या दिती होवे, चंगे गुण ग्रहण करवाए होण ते किन्ना चंगा होवेगा। यह है गुरु नानक दे सिख दी विचार। साध संगत मैं ये बेनती तां कीती है,
ਅਜੋਕੇ ਸਮੇਂ 'ਚ ਅਸੀਂ ਵੀ ਆਪਣੇ ਆਪ ਹੀ ਨੂੰ ਗੁਰੂ ਨਾਨਕ ਦੇ ਸਿੱਖ ਕਹਿਲਾਉਂਦੇ ਹਾਂ, ਪਰ ਗੁਰੂ ਨਾਨਕ ਸਾਹਿਬ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਵੀ ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ। ਜੇ ਗੁਰੂ ਨਾਨਕ ਸਾਹਿਬ ਨੇ ਬੱਚੀਆਂ ਦਾ ਨਾਚ ਦੇਖਣ ਤੋਂ ਇਨਕਾਰ ਕੀਤਾ ਤੇ ਆਪਾਂ ਵੀ ਕਰੀਏ, ਤਾਂ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੇ ਚੱਲ ਕੇ ਗੁਰੂ ਨਾਨਕ ਦੀਆਂ ਅਸੀਸਾਂ ਦੇ ਪਾਤਰ ਬਣ ਸਕਾਂਗੇ। ਖੈਰ, ਜਿੱਥੇ ਮੈਂ ਇਹ ਬੇਨਤੀ ਕਰ ਰਿਹਾ ਸਾਧ ਸੰਗਤ, ਰਾਜਾ ਸ਼ਿਵਨਾਭ ਦੇ ਹਿਰਦੇ ਨੂੰ ਠੰਡ ਪੈ ਗਈ। 18 ਰਜਵਾੜੇ ਜਿਹੜੇ ਰਾਜਾ ਸ਼ਿਵਨਾਭ ਦੇ ਵਿਰੋਧੀ ਹੋਏ ਪਏ ਸਨ, ਜਦੋਂ ਰਾਜੇ ਸ਼ਿਵਨਾਭ ਨੇ ਗੁਰੂ ਨਾਨਕ ਦਾ ਹੁਕਮ ਮੰਨਿਆ, ਉਹ 18 ਦੇ 18 ਰਜਵਾੜਿਆਂ ਨੇ ਆਪਣੀ ਈਰਖਾ ਛੱਡ ਕੇ ਰਾਜੇ ਸ਼ਿਵਨਾਭ ਦੀ ਗੁਲਾਮੀ ਕਬੂਲ ਕਰ ਲਈ। ਇੰਜ ਕਹਿ ਦਈਏ, ਜਦੋਂ ਕੋਈ ਆਪਣਾ ਮਨ ਗੁਰੂ ਦੇ ਚਰਨਾਂ ਵਿੱਚ ਭੇਟ ਕਰਦਾ ਤੇ ਗੁਰੂ ਸਾਰੀਆਂ ਬਰਕਤਾਂ ਦੇ ਕੇ ਨਿਵਾਜ ਦਿੰਦਾ ਹੈ। ਅੱਜ ਭੱਟ ਸਾਹਿਬਾਨ ਵੀ ਸਾਨੂੰ ਇਹੀ ਗੱਲ ਸਮਝਾ ਰਹੇ ਨੇ, ਭਾਈ ਗੁਰੂ ਸੁੱਖ ਦੇਣ ਵਾਲਾ ਹੈ, ਗੁਰੂ ਬੜਾ ਵੱਡਾ ਸੂਰਮਾ ਵੀ ਹੈ। ਗੁਰੂ ਐਸਾ ਸੂਰਮਾ ਹੈ ਜਿਹੜਾ ਮਨੁੱਖ ਦੇ ਅੰਦਰ ਦੇ 5 ਵਿਕਾਰਾਂ ਦਾ ਨਾਸ਼ ਕਰ ਦਿੰਦਾ ਹੈ। ਬਾਹਰੀ ਤੌਰ ਦੇ ਉੱਤੇ ਲੱਖਾਂ ਫੌਜਾਂ ਵੀ ਸਾਡੇ ਅੰਦਰ ਦੇ 5 ਵਿਕਾਰਾਂ ਦਾ ਨਾਸ਼ ਨਹੀਂ ਕਰ ਸਕਦੀਆਂ, ਪਰ ਗੁਰੂ ਐਸਾ ਸੂਰਮਾ ਹੈ ਜਿਹੜਾ ਸਾਡੇ ਮਨ ਦੇ ਨਾਲ ਜੰਗ ਕਰਦਾ ਹੈ। ਸਾਧ ਸੰਗਤ, ਜਦੋਂ ਗੁਰੂ ਰੂਪੀ ਸੂਰਮੇ ਦੇ ਸ਼ਬਦ ਦੀ ਵਿਚਾਰ ਨਾਲ ਅਸੀਂ ਮਨ ਦੇ ਨਾਲ ਜੰਗ ਕਰਦੇ ਹਾਂ, ਤੇ ਇੱਕ ਦਿਨ ਉਹ ਸਮਾਂ ਆਉਂਦਾ ਹੈ ਜਦੋਂ ਮਨ ਜੀਤਾ ਜਗ ਜੀਤ। ਮਨ ਦੇ ਨਾਲ ਜੰਗ ਕਰਨ ਵਾਲਾ ਸੂਰਮਾ ਜਗਤ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਇਹ ਵੱਡਾ ਸੂਰਮਾ ਕਿਹਾ ਗਿਆ। ਜਾਕੋ ਹਰ ਰੰਗ ਲਾਗੂ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਗੁਰੂ ਐਸੇ ਸੂਰਮੇ ਸੰਸਾਰ ਤੇ ਪੈਦਾ ਕਰਦਾ ਹੈ ਜਿਹੜੇ ਸੂਰਮੇ ਆਪਣੇ ਅੰਦਰ ਦੇ ਵਿਕਾਰਾਂ ਦੇ ਨਾਲ ਜੰਗ ਕਰਦੇ ਨੇ। ਇਦਾਂ ਦੇ ਸੂਰਮੇ ਗੁਰੂ ਪੈਦਾ ਕਰਦਾ ਹੈ। ਤੇ ਫਿਰ ਸਾਨੂੰ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਸਾਨੂੰ ਤੇ ਬਲਹਾਰ ਜਾਣਾ ਚਾਹੀਦਾ, ਐਸੇ ਗੁਰੂ ਤੋਂ ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਭਾਈ ਸਾਨੂੰ ਤੇ ਐਸੇ ਗੁਰੂ ਤੋਂ ਬਲਹਾਰ ਜਾਣਾ ਚਾਹੀਦਾ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਿਮਰ ਮਨਾ RAM ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਭਾਈ ਆਪਾਂ ਤੇ ਐਸੇ ਗੁਰੂ ਤੋਂ ਸਦਕੇ ਜਾਈਏ ਜਿਹੜਾ ਗੁਰੂ ਸੰਸਾਰ ਤੇ ਐਸੇ ਸੂਰਮੇ ਪੈਦਾ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਕਰਦੇ ਆ, ਗੁਰੂ ਰਾਮਦਾਸ ਜੀ ਦੀ ਉਸਤਤ ਕਰਦੇ ਆ। ਭੱਟ ਜੀ ਬਚਨ ਕਰਕੇ ਸਮਝਾ ਰਹੇ ਨੇ, ਭਾਈ ਜਿਹੜਾ ਮਨੁੱਖ ਐਸੇ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ, ਸੱਚ ਇਹ ਹੈ ਸਾਰੀਆਂ ਬਰਕਤਾਂ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਧਰਤ ਧਿਆਨ ਬਸਤ ਤੇ ਹਨੇਰੇ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਇਹਦੀ ਮੈਂ ਮੇਰੀ ਦੀ ਭਾਵਨਾ ਦੇ ਕਰਕੇ ਇਹਦੇ ਤੋਂ ਦੂਰ ਸੀ। ਸੱਚ ਇਹ ਹੈ ਜਦੋਂ ਹਉਮੈ ਦਾ ਨਾਸ ਹੋਇਆ, ਹੰਕਾਰ ਦੀ ਕੰਧ ਅਦਰੋਂ ਟੁੱਟੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸਾਧ ਸੰਗਤ, ਜਦੋਂ ਕੂੜ ਦੀ ਕੰਧ ਟੁੱਟੇ ਤੇ ਅੰਦਰਲੇ ਪਾਸੇ ਤੋਂ ਰੱਬ ਦੇ ਦੀਦਾਰ ਹੋ ਗਏ। ਇੰਜ ਕਹਿ ਦਈਏ, ਭੱਟ ਸਾਹਿਬਾਨ ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ ਸਾਨੂੰ ਇਸ ਬੰਦ ਤੋਂ ਅੱਗੇ ਸਮਝਾਉਂਦੇ ਨੇ। ਪੂਰੋ ਪੁਰਖ ਹਿਰਦੈ ਹਰ ਸਿਮਰਤ, ਮੁਖ ਦੇਖਤ ਅਗ ਜਾਹੇ ਪਰੇਰੇ। ਭੱਟ ਜੀ ਕਹਿੰਦੇ, ਭਾਈ ਐਸੇ ਗੁਰੂ ਦੇ, ਐਸੇ ਪਰਿਪੂਰਨ ਸਤਿਗੁਰੂ ਪਾਤਸ਼ਾਹ ਜੀ ਦਾ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਜਪਿਆ, ਸ਼ਬਦ ਨੂੰ ਹਿਰਦੇ ਵਿੱਚ ਵਸਾਇਆ, ਮੁਖ ਦੇਖਤ ਐਸੇ ਗੁਰੂ ਦੇ ਦਰਸ਼ਨ ਕਰਦੇ ਆ। ਦਰਸ਼ਨ ਪਰਸੇ ਹੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਕੱਟੇ ਅਸੰਖ ਪਾਪ ਨਾਵੈ ਇੱਕ ਕਣੀ। ਪਾਤਸ਼ਾਹ ਕਹਿਣਗੇ ਐਸੇ ਗੁਰੂ ਦੇ ਦਰਸ਼ਨ ਕਰਦੇ ਆ, ਅਗ ਜਾਹੇ ਪਰੇਰੇ। ਅਗ ਤੋਂ ਭਾਵ ਹੁੰਦਾ ਪਾਪ। ਜਿਸ ਗੁਰੂ ਦੇ ਪ੍ਰੇਰਣਾ ਦੇ ਸਦਕਾ, ਜਿਸ ਗੁਰੂ ਦੇ ਉਪਦੇਸ਼ ਦੇ ਸਦਕਾ, ਜਿਸ ਗੁਰੂ ਦੀ ਸਿੱਖਿਆ ਦੇ ਨਾਲ ਮਨੁੱਖ ਦੇ ਕਰੋੜਾਂ ਪਾਪ ਨਾਸ ਹੋ ਜਾਂਦੇ ਨੇ, ਕਰੋੜਾਂ ਪਾਪ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸੇ ਪ੍ਰਥਾਏ ਬੜੀ ਪਿਆਰੀ ਸਿੱਖਿਆ ਦਿੰਦੇ ਨੇ। कहने के भाई महिमा साधु संग की सुनो मेरे मीता, मैल खोई कोट अग हरे, निर्मल भये चीता।
ਭਾਈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ ਪੜ੍ਹਦੇ ਹਾਂ, ਸੰਗਤ ਵਿੱਚ ਚੱਲ ਕੇ ਆਉਂਦੇ ਹਾਂ, ਤੇ ਹਿਰਦੇ ਰੂਪੀ ਘਰ ਵਿੱਚੋਂ ਜਿੱਥੇ ਵਿਕਾਰਾਂ ਦੀ ਮੈਲ ਉਤਰਦੀ ਹੈ ਨਾ, ਕੋਟ ਅੱਗ ਹਰੇ, ਕਰੋੜਾਂ ਪਾਪ ਨਾਸ ਹੋ ਜਾਂਦੇ। ਨਿਰਮਲ ਭਏ ਚੀਤਾ, ਤੇ ਹਿਰਦਾ ਰੂਪੀ ਘਰ ਜਿਹੜਾ ਉਹ ਪਵਿੱਤਰ ਹੋ ਜਾਂਦਾ ਹੈ। ਐਸੇ ਗੁਰੂ ਦੇ ਦਰਸ਼ਨ ਕੀਤੇ ਆਈ ਸਾਡੇ ਹਿਰਦੇ ਰੂਪੀ ਘਰ ਦੇ ਵਿੱਚੋਂ ਕਰੋੜਾਂ ਪਾਪ ਵਿਣਸ ਜਾਂਦੀ। ਮੈਂ ਇੱਕ ਬੇਨਤੀ ਕਰਾਂ ਸਾਧ ਸੰਗਤ, ਸਿਆਣੇ ਕਹਿੰਦੇ ਨੇ ਜਦੋਂ ਬੰਦਾ ਘਰ ਤੋਂ ਚੱਲਣ ਲੱਗਦਾ ਹੈ ਨਾ, ਘਰ ਤੋਂ, ਤੇ ਪਾਪਾਂ ਤੇ ਗੁਨਾਹਾਂ ਦੇ ਨਾਲ ਸਾਡੀ ਵਿਚਾਰ ਭਰੀ ਹੁੰਦੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹਾਂ ਨਾ, ਦਰਸ਼ਨ ਕਰਦੇ ਹਾਂ ਤੇ ਪਾਪ ਕਰਮ ਸਾਡੇ ਨਾਸ ਹੋ ਜਾਂਦੇ ਨੇ। ਗੁਰੂ ਦੇ ਚਰਨਾਂ ਵਿੱਚ ਆ ਕੇ ਸੀਸ ਝੁਕਾ ਕੇ ਜਦੋਂ ਕੋਈ ਮਨੁੱਖ ਗੁਰੂ ਦੇ ਦਰਬਾਰ ਤੋਂ ਬਾਹਰ ਨਿਕਲਦਾ ਹੈ ਨਾ, ਤੇ ਕਹਿੰਦੇ ਨੇ ਉਸ ਮਨੁੱਖ ਦੀ ਜਿਹੜਾ ਗੁਰੂ ਦੇ ਦਰਸ਼ਨ ਕਰਕੇ ਗਿਆ, ਜੇ ਕਿਸੇ ਪਾਪੀ ਤੇ ਵੀ ਨਿਗਾਹ ਪੈ ਜਾਵੇ ਨਾ, ਉਹਦੇ ਵੀ ਪਾਪ ਕੱਟੇ ਜਾਂਦੇ ਨੇ। ਸਾਡੇ ਤੇ ਪਤਾ ਨਹੀਂ ਕਿੰਨੇ ਕੁ ਕੱਟੇ ਗਏ ਹੋਣਗੇ। ਇਹ ਗੁਰੂ ਦੀ ਬਰਕਤ ਹੈ, ਗੁਰੂ ਦੇ ਦਰਸ਼ਨਾਂ ਦੀ। ਮਨੁੱਖ ਦੀ ਨਿਗਾਹ ਵਿੱਚ ਵੀ ਐਸੀ ਬਰਕਤ ਆ ਜਾਂਦੀ ਹੈ ਕਿ ਜੇ ਗੁਰੂ ਦੇ ਦਰਸ਼ਨ ਕਰਨ ਵਾਲਾ, ਗੁਰੂ ਦੀ ਸੰਗਤ ਕਰਨ ਵਾਲਾ ਮਨੁੱਖ ਬਾਹਰ ਜਾ ਕੇ ਕਿਸੇ ਪਾਪੀ ਨੂੰ ਵੀ ਵੇਖੇ ਨਾ, ਉਹਦੇ ਵੀ ਪਾਪ ਕੱਟੇ ਜਾਂਦੇ ਨੇ। ਐਸੀਆਂ ਬਰਕਤਾਂ ਗੁਰੂ ਦੇ ਦਰਸ਼ਨਾਂ ਦੇ ਵਿੱਚੋਂ ਪ੍ਰਾਪਤ ਹੁੰਦੀਆਂ ਨੇ। ਐਸੀਆਂ ਮਹਿਰਮਤਾਂ ਗੁਰੂ ਦੀ ਸੰਗਤ ਵਿੱਚ ਆ ਕੇ ਪ੍ਰਾਪਤ ਹੁੰਦੀਆਂ ਨੇ, ਕਿਉਂਕਿ ਕੱਟੇ ਅਸੰਖ ਪਾਪ ਨਾਵੈ ਇੱਕ ਕਣੀ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਭਾਈ ਐਸੇ ਗੁਰੂ ਦੀ ਪ੍ਰੇਰਨਾ ਦੇ ਨਾਲ ਪਤਾ ਨਹੀਂ ਕਿੰਨਿਆਂ ਦੇ ਕਰੋੜਾਂ ਪਾਪ ਕੱਟੇ ਜਾਂਦੇ ਨੇ। ਤੇ ਫਿਰ ਜਿਹੜਾ ਗੁਰੂ ਸਾਡੇ ਪਾਪ ਕੱਟ ਦੇਵੇ, ਐਸੇ ਗੁਰੂ ਦਾ ਤੇ ਬਾਰ-ਬਾਰ ਸ਼ੁਕਰਾਨਾ ਕਰਨਾ ਚਾਹੀਦਾ ਹੈ। ਐਸੇ ਗੁਰੂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਅਖੀਰਲੇ ਬੰਦ ਵਿੱਚ ਭੱਟ ਸਾਹਿਬਾਨ ਸਾਨੂੰ ਸਮਝਾ ਰਹੇ ਨੇ, ਭਾਈ ਇਹ ਵੀ ਗੱਲ ਨਹੀਂ ਕਿ ਐਸੇ ਗੁਰੂ ਦੇ ਦਰਸ਼ਨ ਕੀਤਿਆਂ ਸੰਸਾਰ ਤੇ ਤੈਨੂੰ ਪ੍ਰਾਪਤ ਕੁਝ ਨਹੀਂ ਹੋਵੇਗਾ। ਇੱਥੋਂ ਤੱਕ ਵੀ ਭੱਟ ਸਾਹਿਬਾਨ ਕਹਿੰਦੇ, ਜੇ ਤੂੰ ਐਸੇ ਗੁਰੂ ਦੇ ਦਰਸ਼ਨ ਕਰੇਗਾ ਨਾ, ਐਸੇ ਗੁਰੂ ਦੀ ਸੰਗਤ ਕਰੇਗਾ, ਸ਼ਬਦ ਗੁਰੂ ਦੀ, ਸਰੀਰ ਗੁਰੂ ਦੀ ਨਹੀਂ, ਸ਼ਬਦ ਗੁਰੂ ਦੀ, ਜਦੋਂ ਸ਼ਬਦ ਗੁਰੂ ਦੀ ਸੰਗਤ ਕਰੇਗਾ, ਸਤਿਗੁਰੂ ਕਹਿੰਦੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਕਹਿੰਦੇ ਭਾਈ ਜੋ ਕੁਝ ਵੀ ਤੂੰ ਆਪਣੀ ਬੁੱਧੀ ਦੇ ਵਿੱਚ ਚਾਹੇਗਾ ਨਾ, ਜਾਂ ਇੰਜ ਕਹਿ ਦਈਏ ਆਮ ਮਨੁੱਖ ਜਿਹੜਾ ਉਹ ਰਿੱਧੀਆਂ ਸਿੱਧੀਆਂ ਦੀਆਂ ਬਰਕਤਾਂ ਦੀਆਂ ਦਾਤਾਂ ਚਾਹੁੰਦਾ ਹੈ, ਮੈਂ ਜੋ ਕਹਾਂ ਪੂਰਾ ਹੋ ਜਾਵੇ, ਜੋ ਮੰਗਾ ਪ੍ਰਾਪਤ ਹੋ ਜਾਵੇ। ਕਿਉਂਕਿ ਗੁਰੂ ਸਾਹਿਬ ਜੀ ਗੁਰਬਾਣੀ 'ਚ ਕਹਿੰਦੇ ਨੇ, ਵੈਸੇ ਰਿੱਧ ਸਿੱਧ ਅਵਰਾ ਸਾਧ, ਇੱਥੋਂ ਤੱਕ ਰਿੱਧੀਆਂ ਸਿੱਧੀਆਂ ਤੇ ਦੂਸਰਾ ਸਵਾਦ ਹੈ। ਪਰ ਜਿਹੜਾ ਮਨੁੱਖ ਗੁਰੂ ਦਾ ਸਿਮਰਨ ਕਰਦਾ ਹੈ, ਪਰਮਾਤਮਾ ਦਾ ਨਾਮ ਜਪਦਾ ਹੈ, ਵਾਹਿਗੁਰੂ ਦੀ ਬੰਦਗੀ ਕਰਦਾ ਹੈ, ਅਰਿੱਧ ਸਿੱਧ ਤਾਂ ਕੀ ਦਾਸੀਏ, ਤੇ ਉਹਦੀਆਂ ਦਾਸੀਆਂ ਬਣ ਕੇ ਤੁਰੀਆਂ ਫਿਰਦੀਆਂ ਨੇ। ਕਿਉਂਕਿ ਜਿਹੜਾ ਮਨੁੱਖ ਗੁਰੂ ਦਾ ਨਾਮ ਜਪਦਾ, ਗੁਰੂ ਦੇ ਚਰਨਾਂ ਨਾਲ ਜੁੜਦਾ ਹੈ ਨਾ, ਇਹ ਜਿਹੜੇ ਰਿੱਧ ਸਿੱਧ ਨੇ ਉਹਦੇ ਵਾਸਤੇ ਅਵਰਾ ਸਾਧ ਹੋ ਜਾਂਦੇ ਨੇ। ਭਾਵ ਕਿ ਪਰਮਾਤਮਾ ਨਾਲ ਉਹਦੀ ਨੇੜਤਾ ਬਣ ਜਾਂਦੀ ਹੈ, ਚੰਗੀ ਅਕਲ ਆ ਜਾਂਦੀ ਹੈ, ਚੰਗਾ ਗਿਆਨ ਆ ਜਾਂਦਾ ਹੈ। ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਜਿੱਥੇ ਮਨੁੱਖ ਨੂੰ ਚੰਗੀ ਅਕਲ ਪ੍ਰਾਪਤ ਹੁੰਦੀ ਹੈ, ਚੰਗਾ ਗਿਆਨ ਪ੍ਰਾਪਤ ਹੁੰਦਾ ਹੈ, ਆ ਰਿੱਧ ਸਿੱਧ ਤਾਂ ਕੀ ਦਾਸੀ ਬਣ ਜਾਂਦੀ ਹੈ। ਪਾਤਸ਼ਾਹ ਕਹਿਣਗੇ ਇਹ ਸਾਰੀਆਂ ਬਰਕਤਾਂ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕੇ ਸ਼ਬਦ ਗੁਰੂ ਦੇ ਚਰਨਾਂ ਨਾਲ ਧਿਆਨ ਜੋੜਦਾ ਹੈ। ਇੱਥੋਂ ਤੱਕ ਉਹ ਤੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾ ਊਹਾ ਸੱਚ ਹੋਵੈ। ਐਸੀਆਂ ਦਾਤਾਂ ਦਾ ਮਾਲਕ ਬਣ ਜਾਂਦਾ ਹੈ ਜਿਹੜਾ ਗੁਰੂ ਦੇ ਚਰਨਾਂ ਨਾਲ ਅੰਦਰ ਦੀਆਂ ਭਾਵਨਾ ਸਹਿਤ ਸਤਿਗੁਰੂ ਦੇ ਮੁਬਾਰਕ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਜਿੱਥੇ ਸਾਧ ਸੰਗਤ ਲੜੀਵਾਰ ਪਾਵਨ ਪਿੱਤਰ ਸ਼ਬਦ ਜੋ ਭੱਟ ਨਲ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤਾ ਹੋਇਆ, ਇਹ 9ਵਾਂ ਸਵਈਆ ਹੈ। ਆਪ ਸੰਗਤਾਂ ਦੇ ਨਾਲ ਇਹਦੀ ਵਿਚਾਰ ਦੀ ਸਾਂਝ ਪਾਈ ਹੈ। ਉੱਥੇ ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ, ਮਹਾਨ ਯੋਧੇ, ਮਹਾਨ ਜਰਨੈਲ, ਮਹਾਨ ਸੂਰਬੀਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦੇ ਪਿਤਾ ਗੌਰਾ ਜੀ ਦੇ ਗ੍ਰਹਿ ਵਿਖੇ ਮਾਤਾ ਜਿਉਣੀ ਜੀ ਦੀ ਕੁੱਖ ਤੋਂ ਪਿੰਡ ਪਹੂਵਿੰਡ ਵਿਖੇ ਜਿਨ੍ਹਾਂ ਦਾ ਜਨਮ ਹੋਇਆ।
ਸਮਾਂ ਪਾ ਕੇ ਬੱਚਾ ਜਦੋਂ ਵੱਡਾ ਹੋਇਆ, ਮਾਤਾ ਪਿਤਾ ਬੜੇ ਪਿਆਰ ਤੇ ਸਤਿਕਾਰ ਸਹਿਤ ਭਜਨ ਬੰਦਗੀ ਵਾਲੀ ਰੂਹ ਸਨ। ਆਪਣੇ ਬੱਚੇ ਨੂੰ ਨਾਲ ਲੈ ਕੇ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਕਲਗੀਧਰ ਪਿਤਾ ਦੇ ਮੁਬਾਰਕ ਚਰਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਗਏ। ਗੁਰੂ ਸਾਹਿਬ ਜੀ ਨੇ ਇਸ ਬੱਚੇ ਦਾ ਮੁਖੜਾ ਤੱਕਿਆ, ਬੜਾ ਪਿਆਰ ਕੀਤਾ। ਮਾਂ ਬਾਪ ਨੂੰ ਪੁੱਛਿਆ ਨਾਮ ਕੀ ਹੈ? ਕਹਿਣ ਲੱਗੇ ਜੀ ਦੀਪਾ। ਸਤਿਗੁਰੂ ਕਹਿੰਦੇ ਇਹ ਸਾਰਿਆਂ ਦਾ ਸੰਸਾਰ ਦੇ ਉੱਤੇ ਦੀਪਕ ਹੋਵੇਗਾ। ਬੜੀਆਂ ਬਖਸ਼ਿਸ਼ਾਂ ਦੇ ਕੇ ਗੁਰੂ ਸਾਹਿਬ ਜੀ ਨੇ ਨਵਾਜਿਆ। ਕੁਝ ਸਮਾਂ ਬਾਬਾ ਦੀਪ ਸਿੰਘ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਰਹੇ। ਇੱਥੇ ਕੁਝ ਕਲਮ ਦੀ ਸੇਵਾ ਵੀ ਮੇਰੇ ਪਾਤਸ਼ਾਹ ਨੇ ਬਖਸ਼ੀ। ਬੱਚੇ ਦੀ ਲਿਖਾਈ ਵੇਖੀ ਬੜੀ ਪਿਆਰੀ। ਸਮਾਂ ਪਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਿਗੁਰਾਂ ਦੇ ਮੁਬਾਰਕ ਚਰਨਾਂ ਵਿੱਚੋਂ ਇਹ ਬੱਚੇ ਨੇ ਆਪਣੇ ਨਗਰ ਵਿਖੇ ਜਾਣਾ ਕੀਤਾ। ਉੱਥੇ ਜਾ ਕੇ ਪਰਮਾਤਮਾ ਦੀ ਭਜਨ ਬੰਦਗੀ ਵਾਲੇ ਪਾਸੇ ਆਪਣਾ ਚਿੱਤ ਜੋੜਿਆ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਸਮਾਂ ਪਾ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚੋਂ ਜਿੱਥੇ ਖੰਡੇ ਬਾਟੇ ਦੀ ਪੌਲ ਛਕੀ, ਗੁਰੂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਜਦੋਂ ਤਖਤ ਦਮਦਮਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁੱਢ ਤੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਲੱਗੇ ਤੇ ਫਿਰ ਧਿਆਨ ਮਾਰਿਆ ਸੁੰਦਰ ਲਿਖਾਈ ਵਾਲੇ ਪਾਸੇ। ਬਾਬਾ ਦੀਪ ਸਿੰਘ ਜੀ ਨੂੰ ਸੁਨੇਹਾ ਭੇਜਿਆ। ਉਸ ਧਰਤੀ ਤੇ ਆ ਕੇ ਸਿਆਹੀ ਉਹਨਾਂ ਸਮਿਆਂ ਦੇ ਅੰਦਰ ਤਿਆਰ ਕਰਨੀ, ਕਲਮਾਂ ਦੀ ਸੇਵਾ ਕਰਨੀ। ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਬਣਾਇਆ। ਬਾਬਾ ਦੀਪ ਸਿੰਘ ਜੀ ਉਹਨਾਂ ਨੇ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕੇ ਇੱਥੇ ਬੇਅੰਤ ਸੇਵਾਵਾਂ ਕੀਤੀਆਂ। ਇੱਥੋਂ ਤੱਕ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਆਪਣੀ ਕਲਮ ਦੇ ਨਾਲ 4 ਹੋਰ ਗ੍ਰੰਥ ਵੀ ਜਿਹੜੇ ਸੀ ਉਹ ਲਿਖਣ ਦੀ ਸੇਵਾ ਕੀਤੀ। 4 ਤਖਤਾਂ ਦੇ ਉੱਤੇ ਉਹਨਾਂ ਸਮਿਆਂ ਦੇ ਅੰਦਰ ਕਲਮ ਦੇ ਨਾਲ 4 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਤੇ ਲਿਖ ਕੇ ਭੇਜਣਾ ਕੀਤੇ। ਸਮੇਂ ਦੇ ਅਨੁਸਾਰ ਜਦੋਂ ਸਤਿਗੁਰੂ ਪਾਤਸ਼ਾਹ ਦੱਖਣ ਵਾਲੇ ਪਾਸੇ ਨੂੰ ਚਲਾ ਗਏ, ਬਾਬਾ ਦੀਪ ਸਿੰਘ ਜੀ ਨੂੰ ਤਖਤ ਦਮਦਮਾ ਸਾਹਿਬ ਦੀ ਧਰਤੀ ਤੇ ਸੇਵਾਵਾਂ ਸੌਂਪ ਕੇ ਗਏ। ਜਦੋਂ ਥੋੜੇ ਸਮੇਂ ਦੇ ਬਾਅਦ ਪਤਾ ਲੱਗਿਆ ਸਤਿਗੁਰੂ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਬਾਅਦ ਮਗਰੋਂ ਕੁਝ ਸਮੇਂ ਦੇ ਬਾਅਦ ਮੁਗਲ ਹਕੂਮਤ ਜ਼ਕਰੀਆ ਖਾਂ ਆਦਿ ਵਰਗਿਆਂ ਨੇ, ਹੋਰ ਜਹੀਆ ਖਾਂ ਆਦਿ ਵਰਗਿਆਂ ਨੇ ਜਦੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਹੁਰਮਤੀ ਕਰਨਾ ਕੀਤੀ, ਬਾਬਾ ਦੀਪ ਸਿੰਘ ਜੀ ਹੁਣਾਂ ਨੇ ਤਖਤ ਦਮਦਮਾ ਸਾਹਿਬ ਦੀ ਧਰਤੀ ਤੋਂ ਉਸੇ ਵਕਤ ਗੁਰੂ ਘਰ ਦੀ ਬੇਅਦਬੀ ਦਾ ਬਦਲਾ ਲੈਣ ਵਾਸਤੇ ਚਾਲੇ ਪਾ ਦਿੱਤੇ। ਬਾਬਾ ਦੀਪ ਸਿੰਘ ਜੀ ਜਿਸ ਵਕਤ ਅਰਦਾਸਾ ਸੋਧ ਕੇ ਚੱਲਦੇ ਨੇ, ਕੇਵਲ 8 ਕੁ ਸਿੱਖ ਉਹਨਾਂ ਦੇ ਨਾਲ ਨੇ, ਪਰ ਜਿਸ ਵਕਤ ਫੁੱਲਵੜ ਦੀ ਧਰਤੀ ਤੇ ਪਹੁੰਚਦੇ ਨੇ, ਇੱਥੋਂ ਤੱਕ ਪਹੁੰਚਦਿਆਂ ਇੱਕੋ ਆਵਾਜ਼ ਦੇ ਉੱਤੇ ਇੱਥੋਂ ਤੱਕ ਪਹੁੰਚਦਿਆਂ 5000 ਤੋਂ ਵਧੇਕ ਜਥਾ ਜਿਹੜਾ ਸੀ ਬਾਬਾ ਜੀ ਦੇ ਨਾਲ ਹੋ ਚੁੱਕਿਆ ਸੀ। ਕਿੱਡੇ ਮਹਾਨ ਜਰਨੈਲ ਤੇ ਸੂਰਬੀਰ ਹੋਣਗੇ ਜਿਨ੍ਹਾਂ ਦੇ ਬਚਨਾਂ ਵਿੱਚ ਇੰਨੀ ਤਾਕਤ ਕਿ ਜੇ ਕੋਈ ਰਸਤੇ ਵਿੱਚ ਚਲਦਿਆਂ ਬਾਬਾ ਦੀਪ ਸਿੰਘ ਜੀ ਨੂੰ ਖੇਤਾਂ ਵਿੱਚ ਵੀ ਮਿਲਿਆ ਨਾ, ਉਹਨੇ ਵੀ ਪੁੱਛਿਆ ਨਾ ਬਾਬਾ ਜੀ ਜਥਾ ਲੈ ਕੇ ਕਿੱਧਰ ਜਾ ਰਹੇ ਨੇ, ਤੇ ਇਹ ਨਹੀਂ ਵੇਖਿਆ ਕਿ ਮੈਂ ਘਰ ਜਾ ਕੇ ਸੁਨੇਹਾ ਦੇ ਕੇ ਆ ਜਾਵਾਂ ਕਿ ਭਾਈ ਮੈਂ ਵੀ ਬਾਬਾ ਦੀਪ ਸਿੰਘ ਜੀ ਦੇ ਜਥੇ ਵਿੱਚ ਰਲਣ ਲੱਗਾ। ਉੱਥੇ ਆਪਣੀ ਪੱਲੀ ਦਾਤੀ ਛੁੱਟ ਕੇ ਤੇ ਉਸੇ ਵਕਤ ਜਥੇ ਦੇ ਨਾਲ ਉਤਰਿਆ। ਗੋਲਵੜ ਦੀ ਧਰਤੀ ਤੇ ਚਲਦਿਆਂ ਬਾਬਾ ਜੀ ਨੇ ਇੱਥੇ ਆ ਕੇ ਕਹਿਣਾ ਵੀ ਕੀਤਾ, ਭਾਈ ਇਹ ਲਕੀਰ ਨੂੰ ਉਹੀ ਪਾਰ ਕਰਿਓ ਜਿਹੜਾ ਇਸ ਗੱਲ ਦਾ ਪ੍ਰਣ ਕਰਦਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਉਸੇ ਵਕਤ ਸਾਰੇ ਦੇ ਸਾਰੇ ਜਥੇ ਨੇ ਉਹ ਲਕੀਰ ਪਾਰ ਕਰਨਾ ਕੀਤੀ। ਇੱਕ ਵੀ ਐਸਾ ਸਿੱਖ ਨਹੀਂ ਜਿਹਨੇ ਇਸ ਗੱਲ ਦਾ ਪ੍ਰਣ ਨਾ ਕੀਤਾ ਹੋਵੇ ਕਿ ਮੈਂ ਮਰਨ ਵਾਸਤੇ ਤਿਆਰ ਨਹੀਂ। ਜਿਸ ਵਕਤ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਟਾਹਲਾ ਸਾਹਿਬ ਬਣਿਆ, ਇੱਥੇ ਤੱਕ ਪਹੁੰਚੇ, ਬੜਾ ਵੱਡਾ ਜੰਗ ਹੋਇਆ। ਬਾਬਾ ਨੌਤ ਸਿੰਘ ਜੀ ਵੀ ਇੱਥੇ ਹੀ ਰਸਤੇ ਦੇ ਵਿੱਚ ਹੀ ਸ਼ਹਾਦਤ ਦਾ ਜਾਮ ਪੀ ਗਏ। ਜੰਗੇ ਮੈਦਾਨ ਦੇ ਅੰਦਰ ਜੂਝਦਿਆਂ ਜਹੀਆ ਖਾਨ ਦੇ ਨਾਲ ਮੁਗਲ ਫੌਜਾਂ ਦਾ ਟਾਕਰਾ ਹੋਇਆ। ਜਮਾਲ ਸ਼ਾਹ ਤੇ ਬਾਬਾ ਦੀਪ ਸਿੰਘ ਜੀ ਦਾ ਆਪਸੀ ਸਾਂਝਾ ਟਾਕਰਾ ਹੋਇਆ ਟਾਹਲਾ ਸਾਹਿਬ ਦੀ ਧਰਤੀ ਤੇ। ਇੱਥੇ ਹੀ ਬਾਬਾ ਦੀਪ ਸਿੰਘ ਜੀ ਦੇ ਨਾਲ ਲੜਦਿਆਂ ਟਾਹਲਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਦੋਨਾਂ ਦੇ ਸਾਂਝੇ ਵਾਰ ਹੋਏ। ਬਾਬਾ ਦੀਪ ਸਿੰਘ ਜੀ ਦੇ ਵਾਰ ਦੇ ਨਾਲ ਜਮਾਲ ਸ਼ਾਹ ਦੇ 2 ਟੁਕੜੇ ਹੋ ਗਏ। 75 ਕੁ ਸਾਲ ਦੀ ਉਮਰ ਸੀ ਬਾਬਾ ਦੀਪ ਸਿੰਘ ਜੀ ਦੀ, ਤੇ 75 ਕੁ ਸਾਲ ਦੀ ਉਮਰ ਦੇ ਵਿੱਚ ਸਾਧ ਸੰਗਤ 40 ਕੁ ਕਿਲੋ ਦਾ ਖੰਡਾ ਲੈ ਕੇ ਜੰਗ ਦੇ ਅੰਦਰ ਜੂਝਣਾ ਕੋਈ ਬੜੀ ਸੌਖੀ ਜੀ ਬਾਤ ਨਹੀਂ ਸੀ।
ਬਾਬਾ ਦੀਪ ਸਿੰਘ ਜੀ ਦਾ ਤੇ ਜਮਾਲ ਸ਼ਾਹ ਦਾ ਸਾਂਝਾ ਟਾਕਰਾ ਹੋਇਆ। ਜਮਾਲ ਸ਼ਾਹ ਦੇ 2 ਟੁਕੜੇ ਹੋ ਗਏ, ਧਰਤੀ ਦੇ ਉੱਤੇ ਡਿੱਗ ਗਿਆ। ਤੇ ਬਾਬਾ ਦੀਪ ਸਿੰਘ ਜੀ ਕਿੱਡੇ ਮਹਾਨ ਯੋਧੇ ਸਨ, ਜਿਨ੍ਹਾਂ ਦੇ ਜਦੋਂ ਵਾਰ ਹੋਇਆ ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ। ਆਪਣੇ ਆਪੇ ਨੂੰ ਸੰਭਾਲਦੇ ਆ ਸਿੱਖਾਂ ਨੇ ਕਿਹਾ, ਬਾਬਾ ਜੀ ਆਪ ਜੀ ਨੇ ਤੇ ਅਰਦਾਸ ਕੀਤੀ ਸੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਾ ਕੇ ਸੀਸ ਭੇਟ ਕਰਾਂਗੇ, ਤੇ ਇੱਥੇ ਆਪ ਸਾਡਾ ਸਾਥ ਛੱਡ ਦਿਓ। ਆਪਣੇ ਆਪੇ ਨੂੰ ਸੰਭਾਲਿਆ। ਬਾਬਾ ਦੀਪ ਸਿੰਘ ਜੀ ਹੁਣਾਂ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਾ ਕੇ ਸੀਸ ਭੇਟ ਕੀਤਾ। ਪਰਿਕਰਮਾ ਦੇ ਵਿੱਚ ਅੱਜ ਵੀ ਉਹ ਪਾਵਨ ਪਿੱਤਰ ਅਸਥਾਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੁਭਾਏਮਾਨ ਹੈ, ਜਿੱਥੇ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਆਪਣਾ ਸੀਸ ਭੇਟ ਕਰਨਾ ਕੀਤਾ। ਖੈਰ ਸਾਧ ਸੰਗਤ, ਜਿੱਥੇ ਬਾਬਾ ਦੀਪ ਸਿੰਘ ਜੀ ਦੇ ਧੜ ਦਾ ਸੰਸਕਾਰ ਹੋਇਆ ਅੰਮ੍ਰਿਤਸਰ ਦੀ ਧਰਤੀ ਤੇ, ਉੱਥੇ ਅੱਜ ਕੱਲ੍ਹ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਣਿਆ ਹੋਇਆ ਹੈ, ਜਿਹਨੂੰ ਆਪਾਂ ਸ਼ਹੀਦਾਂ ਦਾ ਗੁਰਦੁਆਰਾ ਸਾਹਿਬ ਕਹਿੰਦੇ ਹਾਂ। ਇਸ ਅਸਥਾਨ ਦੇ ਉੱਤੇ ਬਾਬਾ ਜੀ ਦੀ ਧੜ ਦਾ ਸੰਸਕਾਰ ਕੀਤਾ ਗਿਆ। ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਹੁੰਦੀ ਬੇਅਦਬੀ ਨਾ ਸਹਾਰਦਿਆਂ ਬਾਬਾ ਦੀਪ ਸਿੰਘ ਜੀ ਹੁਣਾਂ ਨੇ ਜਿਹੜਾ ਪ੍ਰਣ ਕੀਤਾ ਸੀ, ਉਸ ਪ੍ਰਣ ਨੂੰ ਪੂਰਾ ਕੀਤਾ। ਆਪਾਂ ਅਰਦਾਸ ਵਿੱਚ ਵੀ ਯਾਦ ਕਰਦੇ ਹਾਂ ਜਿਹੜਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਸਾਧ ਸੰਗਤ, ਜਿੱਥੇ ਬਾਬਾ ਦੀਪ ਸਿੰਘ ਜੀ ਹੁਣਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਬੇਅਦਬੀ ਨਾ ਸਹਾਰਦਿਆਂ ਹੋਇਆਂ ਕੁਰਬਾਨੀਆਂ ਕੀਤੀਆਂ, ਉੱਥੇ ਹੋਰ ਵੀ ਐਸੇ ਬੇਅੰਤ ਗੁਰਦੁਆਰੇ ਸਨ ਜਿਨ੍ਹਾਂ ਦਾ ਸਿਸਟਮ ਸਮਾਂ ਪਾ ਕੇ ਮਹੰਤਾਂ ਦੇ ਹੱਥ ਵਿੱਚ ਆਇਆ। ਅੰਗਰੇਜ਼ ਸਰਕਾਰ ਦਾ ਰਾਜ ਹੋਣ ਕਰਕੇ ਉਹਨਾਂ ਨੇ ਮਹੰਤਾਂ ਨੂੰ ਸਹਿ ਦੇ ਕੇ ਕਈ ਗੁਰਦੁਆਰਿਆਂ ਦੇ ਅੰਦਰ ਇਸੇ ਤਰ੍ਹਾਂ ਜਦੋਂ ਆਉਣ ਵਾਲੀਆਂ ਸੰਗਤਾਂ ਦੇ ਨਾਲ ਕਈ ਪ੍ਰਕਾਰ ਦੀਆਂ ਆਪ ਹੁਦਰੀਆਂ ਕਰਨੀਆਂ ਸ਼ੁਰੂ ਕੀਤੀਆਂ। ਫਿਰ ਸਮਾਂ ਪਾ ਕੇ 1920 ਦੇ ਵਿੱਚ ਸਾਧ ਸੰਗਤ 15 ਨਵੰਬਰ 1920 ਨੂੰ ਜਦੋਂ ਗੁਰੂ ਕੇ ਸਿੱਖਾਂ ਨੇ ਸਭ ਤੋਂ ਪਹਿਲਾਂ ਸਿੰਘ ਸਭਾ ਲਹਿਰ ਸ਼ੁਰੂ ਕੀਤੀ, ਉਹਦੇ ਦੌਰਾਨ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਉਪਰਾਲੇ ਕਰਨੇ ਸ਼ੁਰੂ ਕੀਤੇ। ਫਿਰ ਜਦੋਂ ਵੇਖਿਆ ਮਹੰਤ ਨਾਰਾਇਣ ਦਾਸ ਨਨਕਾਣਾ ਸਾਹਿਬ ਦੀ ਧਰਤੀ ਤੇ ਆਪ ਹੁਦਰੀਆਂ ਕਰ ਰਿਹਾ ਸੀ, ਸੰਤ ਸਿੰਘ ਉਹ ਵੀ ਆਪ ਹੁਦਰੀਆਂ ਕਰ ਰਿਹਾ ਸੀ। ਗੁਰਦੁਆਰਾ ਚੁਮਾਲਾ ਸਾਹਿਬ, ਗੁਰਦੁਆਰਾ ਸਿਆਲਕੋਟ ਬਾਬੇ ਕੀ ਬੇਰ ਵਿਖੇ, ਗੁਰਦੁਆਰਾ ਤਰਨਤਾਰਨ ਸਾਹਿਬ ਵਿਖੇ, ਜਦੋਂ ਇੱਥੇ ਵੀ ਸਮੇਂ ਦੇ ਅਨੁਸਾਰ ਸਿੱਖ ਕੌਮ ਨੇ ਵੇਖਿਆ, ਸਾਡੇ ਕੌਮ ਦੇ ਆਗੂਆਂ ਨੇ, ਕਿ ਸਮੇਂ ਦੇ ਮਹੰਤ ਗੁਰੂ ਘਰਾਂ ਦੇ ਅੰਦਰ ਕਾਬਜ ਹੋ ਕੇ ਆਪੋ ਆਪਣੀ ਬੁੱਧੀ ਦੇ ਅਨੁਸਾਰ ਗੁਰੂ ਘਰ ਦੇ ਉੱਤੇ ਕਾਬਜ ਹੋ ਕੇ ਗੁਰੂ ਘਰ ਦੇ ਧਨ ਦੇ ਨਾਲ ਐਸੋ ਇਸ਼ਰਤ ਦੇ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਨੇ। ਗੁਰੂ ਘਰ ਦੀ ਮਰਜ਼ਾਦਾ ਨੂੰ ਦਿਨ ਰਾਤ ਵਿਸਾਰਦੇ ਜਾ ਰਹੇ ਸਨ। ਉਸ ਸਮੇਂ ਦੇ ਦੌਰਾਨ ਪੰਥ ਦੇ ਨੁਮਾਇੰਦਿਆਂ ਨੇ ਇਕੱਤਰ ਹੋ ਕੇ ਸਾਧ ਸੰਗਤ 15 ਨਵੰਬਰ 1920 ਨੂੰ ਪਹਿਲਾਂ ਵਿਚਾਰ ਕੀਤੇ। ਅਗਲੇ ਸਾਲ 15 ਨਵੰਬਰ 1921 ਦੇ ਦੌਰਾਨ ਸਾਧ ਸੰਗਤ ਗੁਰਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਪੰਥ ਦਾ ਵੱਡਾ ਇਕੱਠ ਹੋਇਆ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਸਥਾਪਨਾ ਦਿਵਸ ਵੀ ਹੈ, ਕਿਉਂਕਿ 15 ਨਵੰਬਰ 1920 ਨੂੰ ਜਿਹੜੀ ਪੰਥ ਨੇ ਨੁਮਾਇੰਦਾ ਜਮਾਤ ਚੁਣੀ, 175 ਮੈਂਬਰਾਂ ਦੀ ਪਹਿਲੇ ਦਿਨ ਕਮੇਟੀ ਬਣੀ। ਉਸ ਕਮੇਟੀ ਦੇ ਦੌਰਾਨ ਸਰਦਾਰ ਸੁੰਦਰ ਸਿੰਘ ਮਜੀਠੀਆ, ਜਿਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਹੋਣ ਦਾ ਮਾਣ ਪ੍ਰਾਪਤ ਹੋਇਆ। ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਗੁਜ਼ਾਰੀਆਂ ਨੂੰ ਦੇਖਦਿਆਂ ਹੋਇਆਂ ਸਾਨੂੰ ਬੜਾ ਉਸ ਵਕਤ ਮਾਣ ਪ੍ਰਾਪਤ ਹੋਇਆ ਜਦ ਕਰੋਨਾ ਮਹਾਮਾਰੀ ਦੇ ਦੌਰਾਨ, ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਅੰਤ ਸੇਵਾਵਾਂ ਕੀਤੀਆਂ, ਇੱਥੋਂ ਤੱਕ ਦਿੱਲੀ ਦੀ ਸਰਕਾਰ ਨੂੰ ਮਜਬੂਰਨ ਕਹਿ ਦਈਏ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਨਤਮਸਤਕ ਹੋਣਾ ਪੈ ਗਿਆ। ਉੱਥੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੇਵਾਵਾਂ ਦੇਖਦਿਆਂ ਹੋਇਆਂ ਇਹ ਗੱਲ ਕਹਿਣੀ ਪੈ ਗਈ, ਹਰ ਦੇਸ਼ ਦੇ ਅੰਦਰ ਇੱਕ ਗੁਰਦੁਆਰਾ ਹੋਣਾ ਚਾਹੀਦਾ ਹੈ। ਹਰ ਦੇਸ਼ ਦੇ ਅੰਦਰ ਇਹ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਸੀ। ਸਿੱਖ ਕੌਮ ਗੁਰੂ ਨਾਨਕ ਜੀ ਦਾ ਥਾਪਿਆ ਇਹ ਪੰਥ ਜਦੋਂ ਅੱਜ ਚੜ੍ਹਦੀ ਕਲਾ ਦੇ ਅੰਦਰ ਸਮਾਜ ਵਿੱਚ ਸੇਵਾਵਾਂ ਨਿਭਾਉਂਦਾ ਹੈ, ਤੇ ਸਾਧ ਸੰਗਤ ਉਸ ਵਕਤ ਸਿੱਖ ਕੌਮ ਦਾ ਸਿਰ ਮਾਣ ਦੇ ਨਾਲ ਉੱਚਾ ਹੋ ਜਾਂਦਾ ਹੈ। ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਅੰਮ੍ਰਿਤਸਰ ਦੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਮਾਣ ਹੈ ਸਾਨੂੰ ਐਸੀ ਸੰਸਥਾ ਦੇ ਅੰਦਰ ਸੇਵਾਵਾਂ ਨਿਭਾਉਣ ਦਾ। ਇਸੇ ਸੰਸਥਾ ਵੱਲੋਂ ਜਿੱਥੇ ਬਹੁਤ ਸਾਰੇ ਕਾਲਜ,
ਬਹੁਤ ਸਾਰੀਆਂ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਵਾਂ ਧਰਮ ਪ੍ਰਚਾਰ ਦੀਆਂ ਨਿਭਾਈਆਂ ਜਾ ਰਹੀਆਂ ਨੇ। ਉੱਥੇ ਸਾਧ ਸੰਗਤ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਦੌਰਾਨ ਬੱਚਿਆਂ ਨੂੰ ਫ੍ਰੀ ਸਿੱਖਿਆ ਜਿਹੜੀ ਹੈ ਉਹ ਵੀ ਦਿੱਤੀ ਜਾ ਰਹੀ ਹੈ। ਦਾਸ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਜੋ 1927 ਦੇ ਦੌਰਾਨ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦੀ ਯਾਦ ਦੇ ਅੰਦਰ ਕਾਲਜ ਥਾਪਿਆ ਗਿਆ ਸੀ, ਜਿੱਥੋਂ ਬੇਅੰਤ ਰਾਗੀ ਢਾਡੀ ਤੇ ਕਥਾਵਾਚਕ ਤਿਆਰ ਹੁੰਦੇ ਨੇ। ਉਸ ਅਸਥਾਨ ਤੋਂ ਵਿਦਿਆ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਔਰ ਸਾਧ ਸੰਗਤ ਬੇਅੰਤ ਐਸੇ ਰਾਗੀ ਢਾਡੀ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਖਰਚਾ ਕਰਕੇ ਐਸੇ ਰਾਗੀ ਢਾਡੀ ਤੇ ਕਥਾਵਾਚਕ ਤਿਆਰ ਕਰ ਰਹੀ ਹੈ ਔਰ ਇਹ ਇੱਕ ਬੜੀ ਵੱਡੀ ਪੰਥ ਦੀ ਮਾਨਾਮਤੀ ਸ਼ਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਸੇ ਕਾਰਜ ਕੀਤੇ ਜਾ ਰਹੇ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਵਿਚਾਰ ਦੀ ਸਾਂਝ ਪਾਉਂਦਿਆਂ ਮੁਆਫੀ ਬਖਸ਼ਿਸ਼ ਕਰਨੀ ਸਾਧ ਸੰਗਤ ਅਤੇ ਸਤਿਗੁਰੂ ਪਾਤਸ਼ਾਹ ਬਖਸ਼ਣਯੋਗ ਹਨ। ਬਹੁਤ ਬਹੁਤ ਧੰਨਵਾਦ ਹੈ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦਾ, ਜੋ ਆਇਆਂ ਨੂੰ ਬੜਾ ਮਾਣ ਸਤਿਕਾਰ ਦੇ ਕੇ ਨਿਵਾਜਣਾ ਕਰਦੇ ਨੇ। ਕੋਟਾਨ ਕੋਟ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸੰਗਤਾਂ ਦੇ ਨਾਲ ਗੁਰਬਾਣੀ ਵਿਚਾਰ ਇਤਿਹਾਸ ਦੇ ਵਿਚਾਰ ਦੀ ਸਾਂਝ ਪਾਈਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦਿਆਂ ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।